ਅੱਜ ਆਪਾਂ 658 ਅੰਗ ਦੇ ਉੱਤੇ 658 ਗੁਰੂ ਗ੍ਰੰਥ ਸਾਹਿਬ ਜੀ ਦੇ ਸੋਠ ਰਾਗ ਦੇ ਵਿੱਚ ਭਗਤ ਰਵਿਦਾਸ ਜੀ ਦਾ ਤੀਸਰਾ ਸ਼ਬਦ ਜਿਹੜਾ ਹੈਗਾ, ਦੁਰਲਭ ਜਨਮ ਪੁੰਨ ਫਲ ਪਾਇਓ ਬਿਰਥਾ ਜਾਤ ਅਵਿਵੇਕੇ, ਉੱਥੋਂ ਸ਼ੁਰੂ ਕਰਾਂਗੇ ਜੀ ਗਿਆਨ। ਮਹਾਰਾਜ ਮਿਹਰ ਕਰਨ। ਇਹ ਬ੍ਰਹਮ ਬਾਣੀ ਜਿਹੜੀ ਹੈਗੀ ਆ, ਇਹਦਾ ਜਿਹੜਾ ਹੈਗਾ ਗਿਆਨ ਆਪਾਂ ਨੂੰ ਮਿਲੇ। ਇਹੀ ਬੇਨਤੀ, ਇਹੀ ਉਪਰਾਲਾ ਹੈ ਜੀ ਸਾਡਾ, ਹੋਰ ਕੋਈ ਮਕਸਦ ਨਹੀਂ ਹੈਗਾ ਕਿਸੇ ਕਿਸਮ ਦਾ, ਸਾਨੂੰ ਕੁਛ ਨਹੀਂ ਚਾਹੀਦਾ। ਦੁਰਲਭ ਜਨਮ ਪੁੰਨ ਫਲ ਪਾਇਓ ਬਿਰਥਾ ਜਾਤ ਅਵਿਵੇਕੇ। ਹੁਣ ਇਹ ਦੁਰਲਭ ਜਨਮ ਕਹਿ ਰਹੇ ਮਹਾਰਾਜ, ਦੁਰਲਭ ਜਨਮ ਬਈ ਰੇਅਰ ਹੈਗਾ, ਮਨੁੱਖੀ ਜੂਨ ਮਿਲਣੀ ਬਹੁਤ ਰੇਅਰ ਹੈਗੀ ਆ। ਇਹ ਬਹੁਤ ਹੀ, ਜਿਸ ਤਰ੍ਹਾਂ ਕੋਈ ਹੀਰਾ ਜਿਹੜਾ ਨਹੀਂ ਮਿਲਦਾ, ਸੋਨਾ ਧਾਤੂ ਜਿਹੜੀ ਹੈ ਦੁਨੀਆ ਦੇ ਵਿੱਚ ਜਿਹੜੀ ਹੈਗੀ ਰੇਅਰ ਹੈਗੀ, ਘੱਟ ਹੈਗੀ, ਉਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਕੰਪੇਅਰਟਿਵਲੀ ਜਿਹੜੇ ਹੈਗੇ ਜਿੰਨੇ ਕੁ ਜੀਵ ਮਾਲਕ ਨੇ ਦੁਨੀਆ ਦੇ ਵਿੱਚ ਭੇਜੇ ਹੋਏ ਆ, ਉਹ ਸਾਰੇ ਦੇ ਸਾਰੇ ਦੇਖ ਲਓ, ਲਾ ਲਓ ਹਿਸਾਬ ਕਿਤਾਬ ਉਹਨਾਂ ਦਾ, ਅਤੇ ਉਹਦੇ ਵਿੱਚ ਜਿਹੜੇ ਹੈਗੇ ਮਨੁੱਖ ਜਿਹੜੇ ਹੈਗੇ ਕਿੰਨੇ ਕੁ ਗਿਣਤੀ ਹੈਗੀ, 1% ਤੋਂ ਵੀ ਥੱਲੇ ਹੀ ਰਹਿਣਗੇ। ਇੰਨਾ ਰੇਅਰ ਹੈਗਾ, ਇੰਨਾ ਦੁਰਲਭ ਹੈਗਾ ਇਹ ਜਨਮ, ਮਨੁੱਖੀ ਜੂਨ ਮਿਲਣੀ ਇੰਨੀ ਦੁਰਲਭ ਹੈ। ਪੁੰਨ ਫਲ ਪਾਇਓ ਬਿਰਥਾ ਜਾਤ ਅਵਿਵੇਕੇ। ਇਹਦੇ ਇਸ ਤਰ੍ਹਾਂ ਦੇ ਅਰਥ ਮਿਲਦੇ ਆ ਕਿ ਬਈ ਇਹ ਬੜੇ ਪੁੰਨਾਂ ਦੇ ਨਾਲ, ਬੜਾ ਪੁੰਨਾਂ ਦੇ ਨਾਲ ਇਹ ਫਲ ਪ੍ਰਾਪਤ ਹੋਇਆ ਹੈ ਮਨੁੱਖੀ ਜੂਨ ਦਾ। ਕਿਹੜੇ ਪੁੰਨ ਕਰ ਲਏ ਭਾਈ ਆਪਾਂ ਨੇ, ਕਿਹੜੇ ਪੁੰਨ ਕਰਕੇ ਆ ਰਹੇ ਭਾਈ ਆਪਾਂ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਦੁਰਲਭ ਜਨਮ ਪੁੰਨ ਫਲ ਪਾਇਓ ਬਿਰਥਾ ਜਾਤ ਅਵਿਵੇਕੇ। ਤੁਹਾਡਾ ਮਾਈਕ ਬੰਦ ਕਰ ਦੇਣਾ ਜੀ। ਦੁਰਲਭ ਜਨਮ ਪੁੰਨ ਫਲ ਪਾਇਓ ਬਿਰਥਾ ਜਾਤ ਅਵਿਵੇਕੇ। ਆਪਾਂ ਨੇ ਕਿਹੜੇ ਪੁੰਨ ਕਰ ਲਏ ਭਾਈ? ਮਨੁੱਖਾ ਜੂਨ ਜਿਹੜੀ ਆਪਾਂ ਨੂੰ ਜਿਹੜੀ ਹੈ ਪ੍ਰਾਪਤ ਹੋ ਗਈ। ਕੀ ਭੇਤ ਹੈਗਾ ਇਹਦਾ? ਕਿਉਂਕਿ ਇਨਸਾਨ ਜਿਹੜਾ ਹੈਗਾ ਹੁਣ ਮਨੁੱਖ ਜਾਮੇ ਦੇ ਵਿੱਚ ਸਾਰੇ ਕਿਹੜੇ ਪੁੰਨ ਕਰਦੇ ਆ? ਸਾਰੀ ਦੁਨੀਆ ਪੁੰਨ ਕਰਨ 'ਤੇ ਲੱਗੀ ਹੋਈ ਹੈ। ਸਾਰਿਆਂ ਨੂੰ ਜਨਮ ਮਿਲ ਗਿਆ ਆ। ਦੇਖ ਲਓ ਬਾਕੀ ਮੈਜੋਰਟੀ ਤਾਂ ਜਿਹੜੀ ਰੱਬ ਵਾਲੇ ਪਾਸੇ ਹੈ ਹੀ ਨਹੀਂ ਹੈ। ਉਹ ਤਾਂ ਆਪਣਾ ਸੈਲਫ ਓਰੀਐਂਟਡ ਹੈਗੀ ਦੁਨੀਆ ਸਾਰੀ। ਫਿਰ ਜਿਹੜਾ ਹੈ ਮਨੁੱਖੀ ਜੂਨ ਕਿਹੜੇ ਪੁੰਨ ਫਲ ਪ੍ਰਾਪਤ ਹੋ ਮਿਲਿਆ ਭਾਈ? ਇਸੇ ਜਿਹੜਾ ਹੈਗਾ ਇਸੇ ਆਪਣੇ ਜਿਹੜੇ ਹੈਗੇ ਇਸੇ ਰਾਗ ਦਾ ਆਖਰੀ ਸ਼ਬਦ ਜਿਹੜਾ ਹੈਗਾ ਭੀਖਣ ਜੀ ਦਾ, ਉਹਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਖੋਲ੍ਹਿਆ ਹੈ ਪੁੰਨ ਫਲ। ਇਹ ਮੈਂ 1 ਸੈਕਿੰਡ ਉਸ ਸ਼ਬਦ ਤੱਕ ਪਹੁੰਚਦਾ ਹੈ, ਉਸ ਤੋਂ ਬਾਅਦ ਫਿਰ ਆਪਾਂ ਜਿਹੜੇ ਹੈਗੇ ਵਾਪਸ ਆ ਜਾਵਾਂਗੇ। ਮੈਂ ਕੁਇਕ ਜਿਹੜਾ ਲੈ ਕੇ ਪਹੁੰਚਦਾ ਹੈ, ਉਹ ਹੈਗਾ 659। ਪੂਰਾ ਨਹੀਂ ਲਵਾਂਗੇ ਆਪਾਂ, ਸਿਰਫ 2 ਲਾਈਨਾਂ ਲਵਾਂਗੇ। ਬਾਕੀ ਆਪਾਂ ਇਸੇ ਸ਼ਬਦ 'ਤੇ ਅੱਜ ਹੀ ਕੋਸ਼ਿਸ਼ ਕਰਾਂਗੇ। ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ। ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ। ਆਹ ਚੀਜ਼ ਹੈਗੀ ਭਾਈ, ਨਾਮ ਮਿਲਦਾ ਹੈ ਪੁੰਨ ਪਦਾਰਥ ਦੇ ਨਾਲ। ਆਹ ਪੁੰਨ ਪਦਾਰਥ ਹੈ, ਨਾਮ ਰਤਨ। ਅਨਗ ਜਤਨ ਕਰ ਹਿਰਦੇ ਰਾਖਿਆ, ਰਤਨ ਨਾ ਛਪਾਇਆ। ਨਾਮ ਰਤਨ ਹੈ। ਇਹ ਪੁੰਨ ਕਰਨ ਦੇ ਵਾਸਤੇ ਜਿਹੜਾ ਹੈਗਾ ਆਪਾਂ ਨੂੰ ਪੁੰਨ ਕਰਾਂਗੇ ਤੇ ਆਹ ਪਦਾਰਥ ਮਿਲ ਜਾਏਗਾ ਆਪਾਂ ਨੂੰ। ਤੇ ਇਹਦਾ ਮਤਲਬ ਵੀ ਆਪਾਂ ਨੂੰ ਜਿਹੜਾ ਮਨੁੱਖੀ ਜੂਨ ਮਿਲੀ ਹੋਈ ਆ, ਇਹ ਮਾਲਕ ਪਰਮਾਤਮਾ ਨੇ ਆਹ ਫਲ ਵਾਸਤੇ ਮਿਲੀ ਆ। ਨਾਮ ਰਤਨ ਦੇ ਵਾਸਤੇ ਮਨੁੱਖੀ ਜੂਨ ਮਿਲੀ ਆ ਆਪਾਂ ਨੂੰ। ਹੁਣ ਵਾਪਸ ਉੱਥੇ ਆਈਏ ਆਪਾਂ। ਦੁਰਲਭ ਜਨਮ ਪੁੰਨ ਫਲ ਪਾਇਓ ਬਿਰਥਾ ਜਾਤ ਅਵਿਵੇਕੇ। ਹੁਣ ਪੁੰਨ ਫਲ ਤਾਂ ਪਤਾ ਲੱਗ ਗਿਆ ਕਾਹਦੇ ਵਾਸਤੇ ਮਿਲਿਆ ਹੈ। ਪੁੰਨ ਦੇ ਨਾਲ ਫਲ ਮਿਲੇਗਾ ਭਾਈ, ਪੁੰਨ ਦੇ ਨਾਲ ਫਲ ਮਿਲੇਗਾ। ਕਿਉਂਕਿ ਇਹ ਜਿਹੜੇ ਬੇਸਿਕ ਜਿਹੜੇ ਹੈਗੇ ਸਤ, ਸੰਤੋਖ, ਦਇਆ, ਧਰਮ, ਧੀਰਜ,
ਇਹ ਜਿਹੜਾ ਹੈਗਾ ਦੂਸਰੇ ਦੇ ਵਾਸਤੇ ਜਿਹੜਾ ਹੈਗਾ ਆਪਾਂ ਨੇ ਜਿਹੜਾ ਹੈਗਾ ਦੂਸਰਿਆਂ ਦੇ ਵਾਸਤੇ ਜਿਹੜਾ ਹੈਗਾ ਆਪਣੇ ਆਪ ਨੂੰ ਜਿਹੜਾ ਹੈਗਾ ਦੂਸਰੇ ਦੀ ਮਦਦ ਕਰਨ ਦੇ ਵਾਸਤੇ ਜਿਹੜਾ ਹੈਗਾ ਆਹ ਪੁੰਨ ਹੈਗੇ। ਇਹਦੇ ਵਾਸਤੇ ਇਹ ਮਨੁੱਖੀ ਜੂਨ ਮਿਲੀ ਹੈ, ਆਪਾਂ ਨੂੰ ਮਿਲੀ ਆ ਭਾਈ, ਉਹ ਮਾਲਕ ਨੇ ਦਿੱਤੀ। ਮਾਲਕ ਨੇ ਪੁੰਨ ਕਰਕੇ ਆਪਾਂ ਨੂੰ ਦੇ ਦਿੱਤੀ, ਕਿਉਂਕਿ ਉਹਨੇ ਜਿਹੜਾ ਦੁਨੀਆ ਦੇ ਵਿੱਚ ਜਿਹੜਾ ਹੈਗਾ ਆਪਾਂ ਨੂੰ ਭੇਜਿਆ। ਜੇ ਉਹਨੇ ਮਨੁੱਖੀ ਜੂਨ ਦੇਣੀ ਨਹੀਂ ਆਪਾਂ ਨੂੰ, ਤੇ ਫਿਰ ਤਾਂ ਆਪਾਂ ਨੂੰ ਤੇ ਦੁਨੀਆ ਦੇ ਵਿੱਚ ਰੱਖਣ ਦਾ ਤਾਂ ਮਕਸਦ ਹੀ ਨਹੀਂ ਹੋਇਆ ਭਾਈ। ਫਿਰ ਕਾਹਦੇ ਵਾਸਤੇ? ਕੀ ਆਪਾਂ ਨੂੰ ਤਕਲੀਫ ਦੇਣਾ ਚਾਹੁੰਦਾ ਹੈ? ਉਹੀ ਜੂਨਾਂ 'ਚ ਕਮਾਉਣ ਵਾਸਤੇ ਆਪਾਂ ਨੂੰ ਰੱਖਿਆ ਹੋਇਆ ਮਾਲਕ ਨੇ। ਇਹ ਪੁੰਨ ਫਲ ਦਇਆ ਦੂਜਿਆਂ ਤੇ, ਹਾਂਜੀ, ਤੇ ਅੰਦਰ ਸੰਤੋਖ ਸਾਪ ਰੱਖਿਆ ਜਨਸੂਤ। ਇਹ ਆਪਾਂ ਨੂੰ ਪੁੰਨ ਫਲ ਹੀ ਹੈ। ਆਪਾਂ ਨੂੰ ਜਿਹੜਾ ਮਾਲਕ ਨੇ ਆਪਾਂ ਨੂੰ ਮਨੁੱਖੀ ਜੂਨ ਦਿੱਤੀ ਹੈ, ਮਾਲਕ ਨੇ ਦੇਣੀ ਹੈ। ਮਨੁੱਖੀ ਜੂਨ ਮਾਲਕ ਦੇਏਗਾ। ਉਹ ਕਾਰਨ ਸੀ ਜਿਹੜਾ ਜੋ ਆਪਾਂ ਪਾਪ ਕਰਦੇ ਹਾਂ, ਜੋ ਉਹਦਾ ਰੂਲ ਹੈਗੇ, ਉਸ ਦੇ ਹਿਸਾਬ ਦੇ ਨਾਲ ਜਿਹੜਾ ਹੈਗਾ ਉਹ ਆਪਾਂ ਨੂੰ ਜਿਹੜਾ ਹੈਗਾ ਭੁਗਤਾਨ ਕਰਾਉਂਦਾ ਹੈ। ਭੁਗਤਾਨ ਕੀ ਹੈ? ਭੁਗਤਾਨ ਜਿਹੜੀ ਹੈ ਭੋਗੀ ਜੂਨਾਂ ਦੇ ਵਿੱਚ ਜਿਹੜੀ ਚੀਜ਼ ਦੇ ਵਾਸਤੇ ਆਪਾਂ ਆਪਣੀ ਮਨੁੱਖੀ ਜੂਨ ਖਰਾਬ ਕਰਦੇ ਹਾਂ, ਉਹ ਚੀਜ਼ ਉਹਦੇ ਵਿੱਚ ਹੀ ਗਤੀ ਕਰਾਉਂਦਾ ਹੈ ਮਾਲਕ ਪਰਮਾਤਮਾ। ਔਰ ਉਸ ਤੋਂ ਬਾਅਦ ਕਿਉਂਕਿ ਉਹ ਭੋਗੀ ਜੂਨ ਹੈਗੀ ਆ, ਉਹਦੇ ਵਿੱਚ ਫਿਰ ਵਾਪਸ ਆਪਾਂ ਜਿਹੜੇ ਹੈਗੇ ਉਹ ਜੂਨਾਂ ਦੇ ਬਾਅਦ ਜਿਹੜੇ ਹੈਗੇ ਫਿਰ ਜਿਹੜੇ ਹੈਗੇ ਇਹ ਮਾਲਿਕ ਦਾ ਰੂਲ ਹੈ, ਉਹਦੇ ਅਨੁਸਾਰ ਫਿਰ ਜਿਹੜੇ ਆ ਕੈਪੇਬਲ ਹੋ ਜਾਂਦੇ ਆ। ਫਿਰ ਮਨੁੱਖੀ ਜੂਨ ਦੇਣੀ ਉਹਨੇ। ਜੇ ਨਹੀਂ ਦੇਣੀ ਮਨੁੱਖੀ ਜੂਨ ਤੇ ਫਿਰ ਤਾਂ ਦੁਨੀਆ ਦੇ ਵਿੱਚ ਆਪਾਂ ਨੂੰ ਜਿਹੜਾ ਹੈਗਾ ਆਪਾਂ ਨੂੰ ਰੱਖਣ ਦਾ ਕੋਈ ਮਕਸਦ ਨਹੀਂ ਰਹਿ ਜਾਂਦਾ। ਦੁਰਲਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਵਿਵੇਕੇ। ਕਹਿੰਦੇ ਹਾਲੇ ਵੀ ਜਿਹੜਾ ਹੈਗਾ ਬਿਰਥਾ 'ਚ ਆ ਰਿਹਾ ਹੈ ਇਹ ਜਨਮ, ਜਿਹੜਾ ਦੁਰਲਭ ਰੇਅਰ ਮਿਲ ਗਿਆ ਮਨੁੱਖੀ ਜੂਨ, ਤੇ ਹਾਲੇ ਵੀ ਤੂੰ ਔਰ ਪੁੰਨ ਫਲ ਕਰ ਹੀ ਨਹੀਂ ਰਿਹਾ। ਨਾਮ ਵਾਲੀ ਗੱਲ, ਨਾਮ ਪਦਾਰਥ ਵੱਲ ਨੂੰ ਜਾ ਹੀ ਨਹੀਂ ਰਿਹਾ। ਫਲ ਤਾਂ ਤੈਨੂੰ ਐਵੇਂ ਮਿਲੂਗਾ, ਔਰ ਪੁੰਨ ਕਰੇਗਾ ਤੇ ਫਲ ਮਿਲੇਗਾ। ਦੁਨੀਆ ਦੇ ਵਿੱਚ ਜਿਹੜਾ ਹੈ ਆਇਆ ਹੈਗਾ ਆ, ਜੇ ਤੂੰ ਜਿਹੜਾ ਹੈਗਾ ਇੱਥੇ ਆ ਕੇ ਜਿਹੜਾ ਹੈਗਾ ਮਾਇਆ, ਤ੍ਰਿਗੁਣੀ ਮਾਇਆ ਦੇ ਵਿੱਚ ਹੀ ਵਿਚਰੇਗਾ, ਤੇ ਫਿਰ ਤਾਂ ਪਿਆਰੇ ਫਲ ਨਹੀਂ ਪਹੁੰਚ ਸਕਦਾ, ਤੇਰੇ ਫਲ ਤੱਕ ਨਹੀਂ ਪਹੁੰਚ ਪਾਏਗਾ। ਫਿਰ ਤਾਂ ਅਵਿਵੇਕ ਹੋ ਗਿਆ, ਤੂੰ ਵਿਵੇਕ ਹੀ ਨਹੀਂ ਲਿਆ, ਤੂੰ ਗਿਆਨ ਹੀ ਨਹੀਂ ਲਿਆ। ਤੇਰੇ ਕੋਲ ਜਿਹੜੀ ਹੈਗੀ ਵਿਸ਼ਲੇਸ਼ਣ ਜਿਹੜੀ ਹੈਗੀ ਸੱਚ ਔਰ ਝੂਠ ਜਿਹੜਾ ਹੈਗਾ ਤੈਨੂੰ ਜਿਹੜਾ ਹੈਗਾ ਕੀਮਤੀ ਜਿਹੜੀ ਬਹੁਮੁੱਲੇ ਚੀਜ਼ ਆ ਅਤੇ ਜਿਹੜੀ ਸਸਤੀ ਚੀਜ਼ ਆ, ਇਹਦੇ ਵਿੱਚ ਤੈਨੂੰ ਡਿਫਰੈਂਸ ਹੀ ਨਹੀਂ ਆਇਆ। ਵਿਵੇਕ ਹੀ ਨਹੀਂ ਹੈ ਤੇਰਾ। ਅਵਿਵੇਕ ਕੇ ਆ ਵੀ ਜਨਮ ਜਿਹੜਾ ਹੈਗਾ ਵੇਸਟ ਹੋ ਰਿਹਾ ਹੈ। ਦੁਰਲਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਵਿਵੇਕੇ। ਰਾਜੇ ਇੰਦਰ ਸੰਸਰ ਗ੍ਰਹਿ ਆਸਨ, ਬਿਨ ਹਰ ਭਗਤ ਕਹੋ ਕਿਹ ਲੇਖੈ। ਔਰ ਦੁਨੀਆ ਦੇ ਵਿੱਚ ਜਿਹੜਾ ਹੈਗਾ ਤੂੰ ਸੋਚਦਾ ਹੈ ਕਿ ਬਈ ਜਿਹੜਾ ਦੁਨੀਆ ਦੇ ਵਿੱਚ ਵੱਧ ਤੋਂ ਵੱਧ ਪ੍ਰਾਪਰਟੀ, ਵੱਧ ਤੋਂ ਵੱਧ ਜਾਇਦਾਦ, ਵੱਧ ਤੋਂ ਵੱਧ ਧਨ, ਵੱਧ ਤੋਂ ਵੱਧ ਜਿਹੜੀ ਹੈਗੀ ਜ਼ਮੀਨ ਸਾਰੀ ਲੈ ਲਈ। ਤੂੰ ਰਾਜਾ ਇੰਦਰ ਦੇ ਬਰੋਬਰ ਤਾਂ ਨਹੀਂ ਹੋ ਸਕਦਾ। ਰਾਜਾ ਇੰਦਰ ਸੰਸਰ ਗ੍ਰਹਿ ਆਸਨ, ਜਿਹੜਾ ਉਹਦਾ ਆਸਨ ਆ, ਜਿਹੜਾ ਰਾਜ ਹੈ ਇੰਦਰ ਦਾ। ਬਿਨ ਹਰ ਭਗਤ ਕਹੋ ਕਿਹ ਲੇਖੈ। ਕਹਿੰਦੇ ਭਗਤੀ ਤੋਂ ਬਗੈਰ ਉਹਦਾ ਕਿਸ ਲੇਖੇ ਦੇ ਵਿੱਚ ਆ। ਵਾਪਸ ਇੰਦਰ ਦਾ ਟੈਨਿਓਰ ਪੂਰਾ ਹੋਏਗਾ ਤੇ ਵਾਪਸ ਜਿਹੜਾ ਹੈਗਾ ਫਿਰ ਆਏਗਾ ਦੁਨੀਆ ਦੇ ਵਿੱਚ, ਫਿਰ ਮਨੁੱਖੀ ਜੂਨ, ਫਿਰ ਜਿਹੜਾ ਹੈਗਾ ਜੂਨਾ। ਦੁਰਲਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਵਿਵੇਕੇ। ਰਾਜੇ ਇੰਦਰ ਸੰਸਰ ਗ੍ਰਹਿ ਆਸਨ, ਬਿਨ ਹਰ ਭਗਤ ਕਹੋ ਕਿਹ ਲੇਖੈ। ਦੱਸੋ ਕਿਹੜੇ ਲੇਖੇ 'ਚ ਆ ਪਾਏ ਭਗਤੀ ਤੋਂ ਬਗੈਰ। ਮਾਈਕ ਕਿਸੇ ਦਾ ਖੁੱਲਾ ਹੈ ਜੀ, ਪਲੀਜ਼ ਸੁਖਵਿੰਦਰ ਜੀ ਦੇਖ ਲੈਣਾ। ਹਾਂਜੀ ਵੀਰਪਾਲ ਜੀ ਕੁਝ ਕਹਿਣਾ ਚਾਹੁੰਦੇ? ਹਾਂਜੀ ਭਾਈ ਸਾਹਿਬ ਜੀ, ਇੱਕ ਵਾਰੀ ਪਲੀਜ਼ ਰਿਪੀਟ ਕਰ ਸਕਦੇ ਹੋ ਮੈਨੂੰ? ਦੁਰਲਭ ਜਨਮ ਪੁੰਨ ਫਲ ਪਾਇਓ, ਇਹਦਾ ਮੀਨਿੰਗ ਦੁਬਾਰੇ ਕਰ ਸਕਦੇ ਪਲੀਜ਼? ਹਾਂਜੀ, ਦੁਰਲਭ ਜਨਮ ਜਿਹੜਾ ਹੈਗਾ, ਦੁਰਲਭ ਜਨਮ ਆਪਾਂ ਨੂੰ ਮਿਲਿਆ ਆ, ਉਹ ਮਾਲਕ ਨੇ ਦਿੱਤਾ ਹੈ ਆਪਾਂ ਨੂੰ ਇਹ ਜਨਮ। ਇਹ ਮਨੁੱਖੀ ਜੂਨ ਸਭ ਤੋਂ ਸਿਖਰਲਾ ਡੰਡਾ ਆਪਾਂ ਨੂੰ ਮਾਲਕ ਨੇ ਫੜਾਇਆ। ਮਾਲਕ ਨੇ, ਪਰਮਾਤਮਾ ਨੇ। ਔਰ ਕਾਹਦੇ ਵਾਸਤੇ ਹੈ? ਫਲ ਹੈ ਇਸ ਜਨਮ ਦੇ ਵਿੱਚ, ਕੁਛ ਪਰਪਸ ਵਾਸਤੇ ਉਹ ਮਾਲਕ ਨੇ ਇਹ ਜਨਮ ਦਿੱਤਾ ਹੈ ਆਪਾਂ ਨੂੰ। ਔਰ ਸਾਰੀ ਦੀ ਸਾਰੀ ਸ੍ਰਿਸ਼ਟੀ ਜਿਹੜੀ ਹੈ, ਸਾਰੀਆਂ ਜੂਨਾਂ ਮਾਲਕ ਨੇ 84 ਲੱਖ ਬਣਾਈਆਂ ਹੈ, ਉਹ ਸਾਰੀਆਂ ਇਸੇ ਵਾਸਤੇ ਬਣਾਈਆਂ ਮਾਲਕ ਨੇ। ਆਹੀ ਉਹਦਾ ਪਰਪਸ ਹੈਗਾ।
ਬਈ ਗੇਮ ਪਾਈ ਉਹਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ, ਇਹ ਸਾਰਾ ਜਿਹੜਾ ਹੈਗਾ ਚੋਗਾ ਖਿਲਾਰਿਆ ਹੈ। ਇਸ ਨੂੰ ਆਪਾਂ ਨੇ ਬੁੱਝ ਕੇ ਇਸ ਤੋਂ ਜਿਹੜਾ ਹੈਗਾ ਇਹਨੂੰ ਜਿੱਤ ਕੇ ਆਪਾਂ ਪ੍ਰਕਿਰਤੀ ਨੂੰ ਜਿੱਤ ਕੇ ਜਿਹੜਾ ਹੈਗਾ ਆਪਾਂ ਨੇ ਆਉਣਾ ਹੈ। ਨਵੀ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਤੁਹਾਡਾ ਹਾਂਜੀ ਹਾਂਜੀ ਵੀਰ ਜੀ, ਜਸਟ ਵਨ ਕੁਐਸਚਨ। ਹਾਂ ਜਿਹੜੀ ਪਹਿਲੀ ਪੰਕਤੀ ਆਪਾਂ ਕਹਿੰਦੇ ਆ ਕਿ ਦੁਰਲਭ ਜਨਮ ਪੁੰਨ ਫਲ ਪਾਇਓ, ਹੈ ਨਾ, ਹਾਂ। ਫਿਰ ਮੈਂ ਆਮ ਜਸਟ ਕਨਫਿਊਜ਼ਡ ਕਿ ਜੇ ਅਸੀਂ ਪਿਛਲੇ ਜਨਮਾਂ 'ਚ ਦੂਸਰੀਆਂ ਜੂਨਾਂ ਵਿੱਚ ਸੀ ਲਾਈਕ ਐਨੀਮਲਸ, ਫਿਰ ਉਸ ਵੇਲੇ ਅਸੀਂ ਕੀ ਪੁੰਨ ਕਰ ਲਏ ਸੀਗੇ ਟੂ ਕਮ ਇਨਟੂ ਦਿਸ ਫਾਰਮ? ਪਹਿਲਾਂ ਹੀ ਕਹਿ ਰਹੇ ਆ ਮਹਾਰਾਜ ਜਿਹੜੇ ਹੈਗੇ ਆਪਾਂ ਜੂਨਾਂ 'ਚ ਗਏ ਹੀ ਕਿਉਂ ਹੈਗੇ? ਪਹਿਲਾਂ ਮਨੁੱਖ ਜੂਨ ਪਾਈ ਆਪਾਂ ਤਾਂ ਉਹ ਜੂਨਾਂ ਦੇ ਵਿੱਚ ਗਏ ਆ ਆਪਾਂ, ਤੇ ਉਹ ਜੂਨਾਂ ਦੇ ਵਿੱਚ ਜਾ ਕੇ ਜਿਹੜਾ ਹੈਗਾ ਉਹਨਾਂ ਦੇ ਵਿੱਚ ਤਾਂ ਭੋਗੀ ਜੂਨਾਂ ਹੈ। ਜੋ ਆਪਾਂ ਨੇ ਜਿਹੜੇ ਫਾਉਲ ਕੀਤੇ ਹੈਗੇ ਆ, ਜੋ ਕਾਰਨਸ਼ੀਲ, ਜੋ ਆਪਣਾ ਜਿਹੜਾ ਹੈਗਾ ਜਿੱਧਰ ਨੂੰ ਆਪਾਂ ਨੇ ਗਤੀ ਕੀਤੀ ਹੈ, ਜੋ ਆਪਣੇ ਟੇਸਟ ਬਣ ਗਏ ਆ, ਉਹ ਮਾਲਕ ਭੁਗਤਾਨ ਕਰਦਾ ਹੈ ਉਹਨਾਂ ਦਾ। ਉਹ ਤਾਂ ਸਿਰਫ ਭੋਗੀ ਜੂਨ ਹੈ, ਉਹਦੇ ਵਿੱਚ ਕੁਝ ਨਹੀਂ ਕਰ ਸਕਦੇ ਆਪਾਂ। ਉਹ ਸਿਰਫ ਤੁਹਾਨੂੰ ਜਿਹੜੀ ਸਜ਼ਾ ਮਿਲੀ ਹੋਈ ਆ, ਜੇਲ੍ਹ ਦੀ ਸਜ਼ਾ ਹੈ ਉਹ। ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਮਨੁੱਖੀ ਜੂਨ ਮਾਲਕ ਪਰਮਾਤਮਾ ਦੇ ਦਿੰਦਾ ਹੈ। ਠੀਕ ਹੈ ਜੀ। ਹਾਂਜੀ, ਪਰ ਇਟਸ ਨਾਟ ਕਨਵਿੰਸਿੰਗ। ਵਾਟ ਆਮ ਥਿੰਕਿੰਗ ਇਸ ਕਿ ਜੇ ਪਿਛਲੇ ਜਨਮਾਂ ਦੇ ਵਿੱਚ ਅਸੀਂ ਜਾਨਵਰ ਹੀ ਸੀ ਤੇ ਫਿਰ ਅਸੀਂ ਕੀ ਪੁੰਨ ਕਰ ਲਏ ਟੂ ਕਮ ਆਪਾਂ ਨੇ ਨਹੀਂ ਬਾਣੀ ਤਾਂ ਨਹੀਂ ਕਹਿ ਰਹੀ, ਨਹੀਂ ਤੁਸੀਂ ਮੇਰੀ ਗੱਲ ਨਹੀਂ ਸਮਝ ਪਾ ਰਹੇ। ਪੁੰਨ ਨਹੀਂ ਕੀਤੇ ਆਪਾਂ ਨੇ, ਬਾਣੀ ਥੋੜੀ ਨਾ ਕਹਿ ਰਹੀ ਹੈ ਕਿ ਤੁਸੀਂ ਪੁੰਨ ਕਰ ਲਏ ਤੇ ਜਨਮ ਮਿਲ ਗਏ। ਅੱਛਾ ਅੱਛਾ, ਬਾਬਾ ਜੀ ਨੇ ਪੁੰਨ ਕੀਤਾ ਸਾਡੇ ਉੱਪਰ। ਹਾਂ, ਪਰਮਾਤਮਾ ਨੇ ਪੁੰਨ ਕੀਤਾ, ਆਪਾਂ ਨੂੰ ਦਿੱਤਾ ਹੈ ਜਨਮ, ਔਰ ਆਪਾਂ ਨੂੰ ਗਾਹਾਂ ਪੁੰਨ ਕਰਨ ਵਾਸਤੇ ਦਿੱਤਾ ਹੈ ਪੁੰਨ। Okay, thank you, I got it now. For transformation this ਮਤਲਬ ਇਹ ਬਰਥ ਸਾਡਾ ਹੋਇਆ ਇਸ ਟ੍ਰਾਂਸਫਰਮੇਸ਼ਨ ਵਾਸਤੇ, ਅਸੀਂ ਅਪਗ੍ਰੇਡ ਹੋਣਾ ਹੈ। ਬਸ ਇਹਦੇ ਵਾਸਤੇ ਚਾਂਸ ਮਿਲਿਆ। ਸੰਗਤ ਜੀ ਸੌਰੀ। ਨਹੀਂ ਕੋਈ ਗੱਲ ਨਹੀਂ ਜੀ, ਸੰਗਤ ਨੂੰ ਸਾਰੀ ਨੂੰ ਗੱਲ ਕਲੀਅਰ ਹੋ ਗਈ। ਤੁਹਾਡਾ ਕੁਐਸਚਨ ਬਿਲਕੁਲ ਬਹੁਤ ਵਧੀਆ। ਦੁਰਲਭ ਜਨਮ ਪੁੰਨ ਫਲ ਪਾਇਓ, ਇਸ ਵਾਸਤੇ ਪ੍ਰਾਪਤ ਹੋਇਆ ਹੈ ਤੈਨੂੰ, ਤੂੰ ਪਾਇਆ ਹੈ। ਆਹ ਗੱਲ ਚੇਤੇ ਰੱਖ ਲਾ। ਫਿਰ ਇਹ ਵੀ ਗੱਲ ਚੇਤੇ ਰੱਖ ਲਾ, ਬਿਰਥਾ ਜਾਤ ਅਵਿਵੇਕੇ, ਤੇ ਪਾ ਕੇ ਵੀ ਤੂੰ ਵੇਸਟ ਕਰ ਰਿਹਾ ਆ, ਕਿਉਂਕਿ ਤੇਰੇ ਕੋਲ ਬੁੱਧੀ ਨਹੀਂ ਹੈ। ਤੇਰੇ ਕੋਲ ਬੁੱਧੀ ਨਹੀਂ ਹੈ, ਤੇਰੇ ਕੋਲ ਮੰਦ ਬੁੱਧੀ ਹੈ, ਜਾਂ ਕਹਿ ਲਓ ਵੀ ਨੈਗੇਟਿਵ ਤੇਰੀ ਬੁੱਧੀ ਹੈਗੀ ਆ। ਤੂੰ ਇਹ ਜਨਮ ਵੀ ਜਿਹੜਾ ਹੈਗਾ ਵਿਚਾਰ ਨਹੀਂ ਕਰ ਰਿਹਾ, ਤੇ ਇਹ ਜਨਮ ਤੇਰਾ ਜਿਹੜਾ ਹੈਗਾ ਜਾ ਰਿਹਾ, ਵੇਸਟ ਹੋ ਰਿਹਾ ਹੈ ਭਾਈ। ਔਰ ਜੇ ਤੂੰ ਸੋਚਦਾ ਆ ਕਿ ਮੈਂ ਜਿਹੜਾ ਬੜੀ ਕਮਾਈ ਕਰ ਰਿਹਾ ਹਾਂ, ਬੜਾ ਜਿਹੜਾ ਹੈਗਾ ਮੈਂ ਦੁਨੀਆ ਦੇ ਵਿੱਚ ਆ ਕੇ ਜਿਹੜਾ ਹੈਗਾ ਬੜਾ ਨੌਲੇਜ ਲੈ ਲਿਆ, ਮੈਂ ਜਿਹੜਾ ਦੁਨੀਆ ਦਾ ਇਹ ਪੰਜਾਂ ਤੱਤਾਂ ਦਾ ਮੈਂ ਬੜਾ ਧਨ ਦੌਲਤ ਇਕੱਠੀ ਕਰ ਲਈ, ਜ਼ਮੀਨ ਜਾਇਦਾਦ ਮੇਰੀ ਪ੍ਰਾਪਰਟੀ। ਕਹਿੰਦੇ ਰਾਜੇ ਇੰਦਰ ਦੇ ਬਰੋਬਰ ਤਾਂ ਨਹੀਂ ਹੈਗਾ। ਇੰਦਰ ਦਾ ਵੀ ਕਹਿੰਦੇ ਆ, ਦੱਸ ਕੀ ਕਿਸ ਉਹ ਭਗਤੀ ਨਹੀਂ ਕਰ ਰਿਹਾ ਇੰਦਰ ਜਿਹੜਾ ਹੈਗਾ, ਜਿਸ ਪੁੰਨ ਫਲ ਵਾਸਤੇ ਜਿਹੜਾ ਜਨਮ ਮਿਲਿਆ ਆ। ਜਦ ਇੰਦਰ ਨੇ ਪੁੰਨ ਕਰ ਲਏ, ਦੁਨੀਆ ਦੇ ਵਿੱਚ ਆ ਕੇ ਚੰਗੇ ਕਰਮ ਕਰ ਲਏ, ਤੇ ਉਹਨੂੰ ਇੰਦਰ ਦਾ ਰਾਜ ਮਿਲ ਗਿਆ। ਤੇ ਹੁਣ ਜੇ ਉਹਨੇ ਆ ਜਿਹੜਾ ਹੈਗਾ ਪੁੰਨ ਫਲ ਜਿਹੜਾ ਹੈਗਾ ਇਹ ਧਿਆਨ ਸਿਮਰਨ ਕਰਨਾ, ਜਿਹੜੀ ਭਗਤੀ ਕਰਨੀ, ਜੇ ਉਹਨੇ ਨਹੀਂ ਕੀਤੀ ਭਾਈ, ਤੇ ਪਿਆਰਿਆ ਉਹਦਾ ਜਨਮ ਜਿਹੜਾ ਹੈਗਾ ਵਾਪਸ ਫਿਰ ਉਹ ਜਿਹੜਾ ਹੈਗਾ ਜੂਨਾਂ ਦੇ ਵਿੱਚ ਜਾਏਗਾ। ਇੰਦਰ ਵੀ ਰਾਜੇ ਇੰਦਰ ਸੰਸਰ ਗ੍ਰਹਿ ਆਸਨ, ਬਿਨ ਹਰ ਭਗਤ ਕਹੋ ਕਿਹ ਲੇਖੈ। ਬਗੈਰ ਭਗਤੀ ਦੇ ਦੱਸੋ ਕਿਸ ਲੇਖੇ ਦੇ ਵਿੱਚ ਆ, ਉਹਦਾ ਫਲ ਕੀ ਹੈ, ਉਹਦਾ ਮਕਸਦ ਕੀ ਹੈਗਾ ਰਾਜੇ ਇੰਦਰ ਦਾ। ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਕਹਿੰਦੇ ਉਹ ਰਸ, ਉਹ ਅੰਮ੍ਰਿਤ ਤੂੰ ਨਹੀਂ ਵਿਚਾਰਿਆ, ਜਿਹਦੇ ਵਾਸਤੇ ਤੈਨੂੰ ਜਿਹੜਾ ਹੈਗਾ ਇਹ ਜਨਮ ਮਿਲਿਆ ਆ ਹੈਗਾ ਪਦਾਰਥ। ਹੁਣ ਖੋਲ ਰਹੇ ਆ ਭਗਤ ਜੀ, ਖੋਲ ਰਹੇ ਆ। ਆਪਾਂ ਨੂੰ ਤਾਂ ਆਪਾਂ ਅੱਗੇ ਸ਼ਬਦ ਲਵਾਂਗੇ ਤੇ ਆਪਾਂ ਨੂੰ ਪੂਰਾ ਕਲੈਰਿਟੀ ਆ ਜਾਏਗੀ ਸ਼ਬਦ ਦੇ ਵਿੱਚ, ਕਿਉਂਕਿ ਅਗਲੇ ਬੰਦਾਂ ਦੇ ਵਿੱਚ ਜਿਹੜੇ ਹੈਗੇ ਖੋਲਣਾ। ਹੁਣ ਰਾਹੋ ਦੀ ਪੰਕਤੀ ਦੇ ਰਿਹਾ ਮੈਂ, ਬਈ ਕਿਹੜੇ ਪੁੰਨ ਫਲ ਦੀ ਗੱਲ ਕਰ ਰਹੇ ਆ। ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਕਹਿੰਦੇ ਉਹ ਅੰਮ੍ਰਿਤ ਰਸ ਦੀ ਗੱਲ ਕਰ ਰਿਹਾ ਮੈਂ। ਉਹ ਤਾਂ ਤੂੰ ਉਹਦੇ ਵਿਚਾਰ ਹੀ ਨਹੀਂ ਕਰ ਰਿਹਾ। ਉਹਦੇ ਵਾਸਤੇ ਜੇ ਵਿਚਾਰ ਕਰਾਂਗੇ ਆਪਾਂ, ਬਈ ਆਪਾਂ ਨੇ ਕਿਤੇ ਜਾਣਾ ਹੈ, ਆਪਣੇ ਅੰਦਰ ਵਿਚਾਰ ਕਰਾਂਗੇ ਵੀ ਫਲਾਨੀ ਜਗ੍ਹਾ ਤੇ ਜਾਣਾ, ਤਾਂ ਆਪਾਂ ਜਾਵਾਂਗੇ। ਆਪਣੇ ਅੰਦਰ ਤਾਂ ਵਿਚਾਰ ਹੀ ਨਹੀਂ ਹੈ ਆਪਣੇ ਕਰਨਾ ਕੀ ਹੈਗਾ, ਤੇ ਇਹ ਚੀਜ਼ ਤਾਂ ਆਪਣੇ ਆਪ ਆਟੋਮੈਟਿਕਲੀ ਤਾਂ ਆਪਣੇ ਅੰਦਰ ਆਉਣ ਵਾਲੀ ਨਹੀਂ ਹੈਗੀ। ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਰਾਜਾ ਰਾਮ ਉਹ ਮਾਲਕ ਪਰਮਾਤਮਾ, ਉਹਨੇ ਸਭ ਤੋਂ ਚੰਗੀ ਚੀਜ਼ ਜਿਹੜੀ ਹੈ, ਸਭ ਤੋਂ ਕੀਮਤੀ ਅੰਮ੍ਰਿਤ ਰਸ ਆਪਾਂ ਨੂੰ ਦਿੱਤਾ ਹੈ, ਜਿਹਦੇ ਨਾਲ ਪ੍ਰਕਿਰਤੀ ਦੀ ਕੈਦ 'ਚੋਂ ਬਾਹਰ ਆ ਜਾਵਾਂਗੇ। ਕਹਿੰਦੇ ਇਹਦੇ ਗੱਲ ਨੂੰ ਤੂੰ ਵਿਚਾਰਿਆ ਹੀ ਨਹੀਂ। ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਜਿਹ ਰਸ ਅਨ ਰਸ ਬੀਸਰ ਜਾਹੀ, ਕਹਿੰਦੇ ਜਿਹਦੇ ਨਾਲ
ਜਿਸ ਰਸ ਦੇ ਨਾਲ ਤੇਰਾ ਸਾਰੀ ਗੇਮ ਹੀ ਚੇਂਜ ਹੋ ਜਾਏਗੀ। ਤੂੰ ਜਿਹੜੇ ਰਸਾਂ ਦੇ ਵਿੱਚ, ਜਿਹੜੇ ਪਦਾਰਥਾਂ ਵਿੱਚ, ਜਿਹੜੇ ਸਵਾਦ ਦੇ ਵਿੱਚ, ਜਿਹੜੇ ਅੱਖਾਂ ਦਾ, ਕੰਨਾਂ ਦਾ, ਨੱਕ ਦਾ, ਮੂੰਹ ਦਾ, ਚਮੜੀ ਦਾ, ਜੋ ਇੰਦਰੀਆਂ ਦੇ ਸਵਾਦ ਹੈ, ਕਹਿੰਦੇ ਇਹਨਾਂ ਤੋਂ ਉੱਪਰ ਉੱਠ ਜਾਏਗਾ। ਇਹ ਬਿਸਰ ਜਾਣਗੇ, ਤੈਨੂੰ ਤੇਰੇ ਸਾਹਮਣੇ ਹੋਣਗੇ, ਤੂੰ ਨਹੀਂ ਯੂਜ਼ ਲਏਗਾ ਉਹਨਾਂ ਨੂੰ। ਨਾ ਵਿਚਾਰਿਓ ਰਾਜਾ ਰਾਮ ਕੋ ਰਸ। ਦੇਖੋ 36 ਪ੍ਰਕਾਰ ਦੇ ਭੋਜਨ ਪਏ ਆਪਣੇ ਸਾਹਮਣੇ, ਆਪਾਂ ਕਿੱਥੇ ਜਾਂਦੇ ਹਾਂ, ਕਿਹੜਾ ਚੱਕਦੇ ਹਾਂ ਆਪਾਂ। ਆਇਆ ਸਭ ਤੋਂ ਕੀਮਤੀ ਪਾਏ। ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਜਿਹ ਰਸ ਅਨਰਸ ਬੀਸਰ ਜਾਹੀ ਰਹਾਓ। ਦੇਖੋ ਇੱਥੇ ਇਹ ਵੀ ਕਹਿ ਰਹੇ ਨੇ ਕਿ ਬਿਸਰ ਜਾਣਗੇ ਉਹ, ਹਾਂ, ਮਤਲਬ ਲੜ ਨਹੀਂ ਸਕਦਾ ਤੂੰ ਉਹਨਾਂ ਰਸਾਂ ਨਾਲ। ਉਹ ਜਦੋਂ ਉਹ ਰਸ, ਰਾਮ ਰਸ ਜਿਹੜਾ ਆਇਆ ਨਾ, ਉਹ ਆਊਗਾ ਨਾ ਅੰਦਰ, ਬਾਕੀ ਸਾਰੇ ਆਟੋਮੈਟਿਕਲੀ ਬਿਸਰਨੇ ਆ ਉਹ। ਹਾਂ, ਸਾਨੂੰ ਸਿਰਫ ਬਿਲਕੁਲ ਧਿਆਨ ਸਿਮਰਨ ਕਰਨਾ ਹੈ, ਪਹਿਚਾਣ ਹੀ ਕਰਨਾ ਵੀ। ਕਿਉਂਕਿ ਦੇਖੋ ਹਰ ਮਨੁੱਖ ਹੈ ਨਾ ਬੀਬੀ, ਹਰ ਇੱਕ ਮਨੁੱਖ ਇੱਕ ਅਜੀਬ ਇੱਕ ਰਸ ਉਹਦੇ ਚ ਪ੍ਰਬਲ ਹੁੰਦਾ ਹੈ, ਉਹਦੇ ਨਾਲ ਲੜਦਾ ਹੀ ਰਹਿ ਜਾਂਦਾ ਉਸ ਰਸ ਨਾਲ। ਬਿਲਕੁਲ। ਜੇ ਉਹਨੂੰ ਅੱਖਾਂ ਦਾ ਰਸ ਹੈ, ਕਿਸੇ ਨੂੰ ਜੀਭ ਦਾ ਰਸ ਹੈ, ਕਿਸੇ ਨੂੰ ਕੰਨਾਂ ਦਾ ਰਸ ਹੈ, ਕਿਸੇ ਨੂੰ ਸਪਰਸ਼ਤਾ ਦਾ ਰਸ ਹੈ, ਇੰਦਰੀ ਦਾ ਰਸ, ਉਹ ਉਹਨਾਂ ਦੇ ਲੜਦਾ ਹੀ ਰਹਿੰਦਾ ਉਹਨਾਂ ਨਾਲ। ਬਿਲਕੁਲ। ਇੱਕ ਰਸ ਨਾਲ ਉਹੀ ਪਛਾਣਨਾ, ਉਹੀ ਟ੍ਰਾਂਸਫਾਰਮ ਹੋਣਾ ਹੈ ਨਾ ਜੀ। ਦੇਖੋ ਕਮਾਲ ਦੀ ਖੇਡ ਹੈ। ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਜਿਹ ਰਸ ਅਨਰਸ ਬੀਸਰ ਜਾਹੀ। ਉਸ ਰਸ ਦੇ ਨਾਲ ਬਿਸਰਨੇ ਆ ਭਾਈ। ਆਪਾਂ ਨੇ ਸਿਰਫ ਜਿਹੜਾ ਹੈਗਾ ਦੁਨੀਆ ਦੇ ਵਿੱਚ ਜਿੱਥੇ ਫਸੇ ਹੋਏ ਆਪਾਂ, ਉਹਨਾਂ ਨੂੰ ਸੰਕੋਚ ਕਰੋ ਔਰ ਆਪਣੀ ਪ੍ਰਾਣ ਸ਼ਕਤੀ ਮਿਲੀ ਹੋਈ ਆ, ਜਾਂ ਆਪਣੇ ਰੂਟੀਨ ਦੇ ਵਿੱਚ ਜਿਹੜਾ ਹੈਗਾ ਇਹ ਭਗਤੀ ਨੂੰ ਲੈ ਕੇ ਆਓ। ਬਸ ਆਪਣੇ ਰੂਟੀਨ ਦੇ ਵਿੱਚ ਇਹਨੂੰ ਭਗਤੀ ਨੂੰ ਵੀ ਜਗ੍ਹਾ ਦਈਏ ਆਪਾਂ। 24 ਘੰਟੇ ਹੈਗੇ ਆਪਣੇ ਕੋਲ, 24 ਘੰਟੇ ਜਿਹੜੇ ਹੈਗੇ ਆਪਾਂ ਕੰਮ ਥੋੜ੍ਹੀ ਨਾ ਕਰਦੇ ਰਹਿੰਦੇ ਹਾਂ। 24 ਘੰਟੇ ਦੇ ਵਿੱਚ ਆਪਾਂ ਕਈ ਘੰਟੇ ਤਾਂ ਇੰਟਰਟੇਨਮੈਂਟ ਕਰਦੇ ਹਾਂ। ਉਹ ਇੰਟਰਟੇਨਮੈਂਟ ਥੋੜ੍ਹੇ ਜਿਹੇ ਕੰਟਰੋਲ ਕਰਕੇ ਜਿਹੜਾ ਹੈਗਾ ਇਹਨੂੰ ਜਿਹੜਾ ਹੈਗਾ ਆਪਾਂ ਭਗਤੀ ਨੂੰ ਦਈਏ ਜਗ੍ਹਾ। ਹੁਣ ਅੱਗੇ ਕਹਿ ਰਹੇ ਆ ਕਿ ਜਾਨ ਰਹਾਓ, ਜਾਨ ਅਜਾਨ ਪਾਏ ਹਮ ਬਾਵਰ। ਕਹਿੰਦੇ ਇਹ ਥੋੜ੍ਹੀ ਨਾ ਕਿ ਇਨਸਾਨ ਸਹੀ ਆਪਣੀ ਇਮਾਨਦਾਰੀ ਨਾਲ ਆਪਾਂ ਸੋਚ ਕੇ ਦੱਸ ਦਿਓ। ਆਪਾਂ ਜਿਹੜੇ ਹੈਗੇ ਆ ਘੱਟ ਤੋਂ ਘੱਟ ਆਪਾਂ ਤਾਂ ਇਹ ਗੱਲ ਦਾ ਜਵਾਬ ਆਪਣੇ ਕੋਲੋਂ ਮੰਗ ਸਕਦੇ ਹਾਂ ਕਿ ਬਈ ਆਪਾਂ ਨੂੰ ਜਿਹੜੇ ਅਜਾਨ ਹੈਗੇ, ਆਪਾਂ ਨੂੰ ਨਹੀਂ ਪਤਾ ਇਸ ਚੀਜ਼ ਦੇ ਬਾਰੇ, ਆਹ ਚੀਜ਼ਾਂ ਦੇ ਬਾਰੇ ਗਿਆਨ ਨਹੀਂ ਹੈਗਾ ਆਪਾਂ ਨੂੰ। ਕਹਿੰਦੇ ਜਾਣ ਕੇ ਅਜਾਨ ਹੋਇਆ ਪਿਆ ਪਿਆਰਿਆ, ਢੀਠ ਹੋ ਜਾਂਦਾ ਇਨਸਾਨ। ਕਹਿੰਦੇ ਜਾਨ ਅਜਾਨ ਪਾਏ ਹਮ ਬਾਵਰ। ਬਾਵਰ ਕਹਿੰਦੇ ਆ ਬਾਵਰਾ, ਨਹੀਂ ਪਤਾ ਬਈ ਇਹ ਤਾਂ ਭੋਲਾ ਹੈ, ਇਹਨੂੰ ਤਾਂ ਪਤਾ ਨਹੀਂ ਕਿ ਆਪਾਂ ਇਸ ਤਰ੍ਹਾਂ ਹੈਗੇ, ਕਿ ਆਪਾਂ ਜਿਹੜੇ ਹੈਗੇ ਕਿ ਆਪਾਂ ਜਿਹੜੇ ਹੈਗੇ ਢੀਠ ਨਹੀਂ ਹੈਗੇ। ਜਾਨ ਅਜਾਨ ਪਾਏ ਹਮ ਬਾਵਰ, ਸੋਚ ਅਸੋਚ ਦਿਵਸ ਜਾਹੀ। ਕਹਿੰਦੇ ਦਿਨ ਕਿਵੇਂ ਜਾਂਦੇ ਆ? ਦਿਨ ਜਾਂਦੇ ਆ ਕਹਿੰਦੇ ਕੋਈ ਸੋਚ ਤੇ ਅਸੋਚ, ਅਸੋਚ ਕਹਿ ਲਓ ਮਾੜੀਆਂ ਗੱਲਾਂ ਨੈਗੇਟਿਵਿਟੀ, ਤੇ ਸੋਚ ਕਹਿ ਲਓ ਪੋਜ਼ੀਟਿਵਿਟੀ। ਕਹਿੰਦੇ ਇਹਨਾਂ ਦੇ ਵਿੱਚ ਹੀ ਦਿਨ ਗੁਜ਼ਰ ਜਾਂਦਾ ਹੈ ਭਾਈ। ਇਸ ਤਰੀਕੇ ਦੇ ਨਾਲ ਉਮਰ ਗੁਜ਼ਰ ਗਈ ਸਾਰੀ ਦੀ ਸਾਰੀ। ਕਿਉਂਕਿ ਮਨ ਜਿਹੜਾ ਹੈਗਾ ਮਨ ਨੇ ਤਾਂ ਪਦਾਰਥਾਂ ਵੱਲ ਜਾਣਾ। ਮਾਲਕ ਨੇ ਪਾਇਆ ਇੰਨਾ ਜ਼ਬਰਦਸਤ, ਮਾਲਕ ਨੇ ਆਪਣੇ ਅੰਦਰ ਇੰਸਟਰੂਮੈਂਟਸ ਫਿੱਟ ਕੀਤੇ ਹੋਏ ਆ ਕਿ ਉਹਨਾਂ ਨੇ ਉਹ ਪਦਾਰਥਾਂ ਤੋਂ ਬਗੈਰ ਜਿਹੜਾ ਹੈਗਾ ਉਹਨਾਂ ਨੇ ਨਹੀਂ ਰਹਿਣਾ। ਸਾਰਾ ਕੁਝ ਭੁੱਲ ਜਾਂਦਾ ਹੈ ਇਨਸਾਨ ਨੂੰ। ਜਦ ਕਾਮ ਆਉਂਦਾ ਹੈ ਇਨਸਾਨ ਦੇ ਉੱਤੇ, ਕ੍ਰੋਧ ਆਉਂਦਾ ਹੈ ਇਨਸਾਨ ਦੇ ਉੱਤੇ, ਦੇਖ ਲਓ ਜਦ ਲੋਭ ਆਉਂਦਾ ਹੈ ਇਨਸਾਨ ਦੇ ਉੱਤੇ, ਹਰ ਚੀਜ਼ ਤਾਕ ਦੇ ਉੱਤੇ ਰੱਖ ਦਿੰਦਾ ਹੈ। ਜਾਨ ਅਜਾਨ ਪਏ ਹਮ ਬਾਵਰ, ਸੋਚ ਅਸੋਚ ਦਿਵਸ ਜਾਹੀ। ਇੰਦਰੀ ਸਬਲ ਨਿਬਲ ਵਿਵੇਕ ਬੁੱਧ ਆਲੋ। ਦੇਖ ਲਓ ਕੀ ਕਹਿ ਰਹੇ ਭਗਤ ਜੀ। ਕਹਿੰਦੇ ਇੰਨਾ ਸਟਰੋਂਗ ਹੈ ਇੰਦਰੀਆਂ ਜਿਹੜੀਆਂ, ਕਾਮ ਇੰਦਰੀ ਦੇਖ ਲਓ ਕਿੰਨੀ ਸਟਰੋਂਗ ਹੈਗੀ। ਇੰਦਰੀ ਸਬਲ ਨਿਬਲ ਵਿਵੇਕ ਬੁੱਧ, ਵਿਵੇਕ ਬੁੱਧ ਪੂਰੀ ਜਿਹੜੀ ਹੈ ਕਮਜ਼ੋਰ ਇਹਦੇ ਸਾਹਮਣੇ। ਪਰਮਾਰਥ ਪਰਵੇਸ਼ ਨਹੀਂ, ਪਰਮਾਰਥ ਦੇ ਵਿੱਚ ਕਹਿੰਦੇ ਨਹੀਂ ਜਾਂਦਾ। ਪਰਮਾਰਥ ਪਰਵੇਸ਼ ਹੀ ਨਹੀਂ ਹੁੰਦਾ ਪਰਮਾਰਥ ਦੇ ਵਿੱਚ। ਸੈਲਫ ਓਰੀਐਂਟਡ ਹਮੇਸ਼ਾ ਰਹਿੰਦਾ ਇਨਸਾਨ। ਤੀਸਰਾ ਬੰਦ ਆ ਗਿਆ, ਕਹੀਅਤ ਆਨ ਅਚਰੀਅਤ ਅਨ, ਕਛ ਸਮਝ ਨਾ। ਜੀ ਮੈਂ ਹਾਂਜੀ ਕੁਛ ਕਹਿ ਰਹੇ ਸੁਖਿੰਦਰ ਜੀ? ਇੱਕ ਹੋਰ ਚੀਜ਼ ਕਿ ਉਹ ਜਿਹੜੀ ਦੇਖੋ, ਜਿਹੜੀ ਤੁਹਾਨੂੰ ਜ਼ਿਆਦਾ ਜਿਹੜੀ ਪ੍ਰਬਲ ਹੈ ਨਾ ਜੀ। ਹਾਂਜੀ ਮੈਂ ਕਿਹਾ ਜਿਹੜੀ ਪ੍ਰਬਲ ਹੈ ਨਾ ਜੀ,
ਜਿਹੜੀ ਤੁਹਾਡੀ ਜਿਹਨੂੰ ਕਹਿੰਦੇ ਆ ਜਿੱਦਾਂ ਕਿਸੇ ਦਾ ਸਵਾਦ ਜਿਹੜਾ ਪ੍ਰਬਲ ਹੈ, ਜਿਹੜੀ ਉਹਦੀ ਮਾੜੀ ਆਦਤ ਹੈ, ਜੇ ਉਹ ਪਤਾ ਲੱਗ ਜੇ ਨਾ ਕਿ ਮੇਰੇ ਅੰਦਰ ਆਹ ਪ੍ਰਬਲ ਹੈ, ਬਸ ਉਹਦੇ ਤੇ ਧਿਆਨ ਫੋਕਸ ਕੀਤਾ ਤੇ ਦੇਖੋ ਸਾਰੀ ਖੇਡ ਬਣ ਜਾਂਦੀ, ਕਿਉਂਕਿ ਮੈਕਸਿਮਮ એનર્ਜੀ ਉਹੀ ਖਾ ਰਹੀ ਹੁੰਦੀ ਹੈ। ਬਿਲਕੁਲ, ਬਹੁਤ ਵਧੀਆ, ਬਿਲਕੁਲ ਸਹੀ ਹੈ। ਬਸ ਉਸੇ ਤੇ ਜ਼ੋਰ ਲਾਣਾ, ਤੁਹਾਡਾ ਮਾਈਕ ਜਿਹੜਾ ਨਾ ਵਿੱਚ ਡਿਸਟਰਬ ਕਰ ਰਿਹਾ ਸਾਨੂੰ। ਕਾਲ ਆ ਗਈ, ਹਾਂ ਵਿੱਚ ਕਾਲ ਆ ਗਈ ਸੀ। ਮਤਲਬ ਉਹਦੇ ਤੇ ਉਹ ਜਿਹੜੀ ਨੈਗੇਟਿਵ ਚ ਮਤਲਬ ਮੈਕਸਿਮਮ ਜਿਹੜੀ ਹੈ ਉਹ ਪੰਜਾਂ ਚੋਂ ਇੱਕ ਤੰਗ ਕਰਦੀ ਹੁੰਦੀ ਹੈ। ਬਸ ਉਹਨੂੰ ਜੇ ਤੁਸੀਂ ਉਹਦੇ ਤੇ ਧਿਆਨ ਲੱਗ ਗਿਆ ਨਾ ਜੀ, ਸਮਝੋ ਬਸ ਮਜ਼ਾ ਆ ਗਿਆ, ਬਸ ਉੱਥੇ ਖੇਡ ਬਣ ਗਈ। ਬਸ ਸੰਕੋਚ ਕਰਨਾ ਹੈ ਆਪਾਂ ਨੇ, ਆਪਾਂ ਉਹਨੂੰ ਜਿੱਤ ਨਹੀਂ ਸਕਦੇ। ਬਸ ਧਿਆਨ ਮੀਨਸ ਮਤਲਬ ਪੈਸਿਵ ਹੋ ਕੇ ਦੇਖਣਾ ਉਹਨੂੰ। ਬਸ ਹਾਂ। ਇੰਦਰੀ ਸਬਲ ਵਿਵੇਕ ਬੁੱਧ, इंद्री सबल निबल विवेक बुद्ध, परमारथ प्रवेश नहीं, कहिए तान अचरियत अन, कछ समझ ना परै अपर माया। ਹੁਣ ਦੇਖੋ ਕੀ ਕਹਿ ਰਹੇ ਆ ਭਗਤ ਜੀ, ਕਹਿੰਦੇ ਅਸੀਂ ਮੂੰਹ ਤੇ ਕੁਛ ਗੱਲ ਕਹਿੰਦੇ ਕੁਛ ਆ ਤੇ ਸਾਡਾ ਆਚਰਣ ਕੁਛ ਹੈਗਾ। ਅਸੀਂ ਅੰਦਰ ਮੂੰਹ ਦੇ ਉੱਤੇ ਕੁਛ ਕਹਿ ਰਹੇ ਆ ਤੇ ਅਸੀਂ ਐਕਸ਼ਨ ਸਾਡੀ ਕੁਛ ਹੈਗੀ, ਐਕਸ਼ਨ ਅਲੱਗ ਆ ਉਹਦੇ ਨਾਲੋਂ। ਕਹੀਏ ਤਾਨ ਅਚਰਿयत ਅਨ, कछ समझ ना पाए अपर माया। कहते ऐसी माया है माया परमात्मा ने ऐसी गेम पाई हुई है, सौखी गेम थोड़ी ना पाई। ये तो बहुत पूरा जिहड़ा हैगा चौकस रहना पैंदा है, बिल्कुल धार दे उत्ते, खंडे की धार दे उत्ते तुरना है, माड़ा जिहा भी गए डिगे। कहिए तान अचरियत अन, कछ समझ ना पाए अपर माया। कहते इन्नी ताकतवर है माया पाए, ਇਹਦਾ ਪਾਰਾਵਾਰ ਪਾਇਆ ही नहीं जा सकता। कह रविदास उदास दास मत, पर हर कोप करो जी दया। कहते मालका देख उदास हो गए, कहते मैं उदास हाँ, मेरी मत नहीं हैगी मालका। कह रविदास उदास दास मत, पर हर कोप करो जी दया। मेरे उत्ते जिहड़ा हैगा, मैनू जिहड़ा हैगा, मेरे अवगुण ना देख मालका। जे अवगुण देखेगा तो मैं कभी निकल ही नहीं सकता, मैं कभी आ चीज़ पा ही नहीं सकता। बस तू दया कर, मेरी आत्मा के उत्ते दया कर, मेरी आत्मा के उत्ते दया कर। कहे रविदास उदास दास मत, पर हर कोप करो जी दया। तेरी हेल्प चाहिए है बापू, तू मदद कर मेरी हुण। कहे रविदास आपां नूं कह रहे पाए मालक दे अगे फरियाद कर। उदास दास मत, ਜਿਹੜੇ ਜਿਨ੍ਹਾਂ ਨੂੰ ਪਤਾ ਲੱਗ ਜਾਂਦਾ ਹੈ ਉਹ ਫਿਰ ਉਦਾਸ ਹੋ ਜਾਂਦੇ ਆ। ਉਹ ਵਿਚਾਰ ਕਰਦੇ, ਉਹਨਾਂ ਦੇ ਅੰਦਰ ਆਪ ਵਿਵੇਕ ਚੱਲਦਾ ਹੈ, ਆਪ ਵਿਚਾਰ ਹੁੰਦੀ ਉਹਨਾਂ ਦੇ, ਮਾਲਕ ਦੇ ਅੱਗੇ ਬੇਨਤੀ ਕਰਦੇ, ਫਲੈਟ ਹੋ ਜਾਂਦੇ ਆ। ਪਰ ਹਰ ਕੋਪ ਕਰੋ ਜੀ ਦਇਆ, ਮੇਰੇ ਉੱਤੇ ਦਇਆ ਕਰ ਮਾਲਕਾ, ਮੇਰੇ ਅਵਗੁਣ ਨਾ ਚਿਤਾਰ। ਚੌਥਾ ਸ਼ਬਦ ਆ ਗਿਆ, ਦੇਖ ਲਓ ਇਹਨਾਂ ਦਾ ਕੰਮ ਜਿਹੜਾ ਸੀਗਾ ਜੁੱਤੀਆਂ ਗੰਢਣ ਦਾ ਕੰਮ ਸੀਗਾ। ਮਰੇ ਹੋਏ ਜਿਹੜੇ ਜਾਨਵਰ ਜਿਹੜੇ ਹੈਗੇ, ਪਸ਼ੂ ਜਿਹੜੇ ਸੀਗੇ, ਗਾਂ ਮੱਝ ਜਿਹੜੇ ਹੈਗੇ, ਇਹ ਘੋੜਾ ਜਿਹੜੇ ਮਰ ਜਾਂਦੇ ਸੀ, ਇਹਨਾਂ ਨੂੰ ਚੱਕ ਕੇ ਲੈ ਕੇ ਜਾਣਾ, ਬਲਦ ਗੱਡੀ ਦੇ ਉੱਤੇ ਲਿਜਾ ਕੇ ਹੱਡਾ ਰੂੜੀ 'ਤੇ ਉੱਤੇ ਖੱਲ ਲਾਉਣੀ, ਫਿਰ ਉਹਨੂੰ ਜਿਹੜਾ ਹੈਗਾ ਉਹਨੂੰ ਪ੍ਰੋਸੈਸ ਕਰਨਾ, ਫਿਰ ਉਹਦੇ ਜਿਹੜੇ ਹੈਗੇ ਜੁੱਤੀਆਂ ਵਗੈਰਾ ਜੋ ਵੀ ਹੈ ਬਣਾਉਣੇ। ਔਰ ਆ ਗਿਆਨ ਹੈ ਉਹਨਾਂ ਦਾ ਭਾਈ। ਦੇਖ ਲਓ, ਸੁਖ ਸਾਗਰ ਸੁਰ ਤਰ ਚਿੰਤਾ ਮਨ, ਕਾਮ ਤੇਨ ਬਸ ਜਾ ਕੇ। ਕਹਿੰਦੇ ਤੂੰ ਮਾਲਕ ਦੇ ਕੋਲ ਜਿਹੜਾ ਹੈਗਾ ਫਰਿਆਦ ਕਰ, ਮਾਲਕ ਪਰਮਾਤਮਾ ਦੇ ਕੋਲ। ਔਰ ਉਸੇ ਵੇਲੇ ਜਿਹੜੇ ਹੈਗੇ ਕਹਿੰਦੇ ਉਹ ਮਾਲਕ, ਕਿਹੜੇ ਮਾਲਕ ਦੇ ਕੋਲ? ਕਹਿੰਦੇ ਆਇਆ ਮਾਲਕ ਦੇਖ, ਸੁੱਖਾਂ ਦਾ ਸਾਗਰ ਹੈਗਾ, ਸੁਰ ਤਰ, ਕਹਿੰਦੇ ਉਹ ਜਿਹੜੀ ਹੈਗੇ ਤਰ ਕਹਿੰਦੇ ਆ, ਜਿਹੜੇ ਬ੍ਰਕਸ਼ ਕਹਿੰਦੇ, ਕਲਪ ਬ੍ਰਕਸ਼, ਚਿੰਤਾਮਣ ਕਹਿੰਦੇ ਐਸੀ ਮਣੀ ਆ ਉਹਦੇ ਕੋਲ, ਜੋ ਮਰਜ਼ੀ ਮੰਗ ਲਓ ਉਹਦੇ ਕੋਲ ਦੇ ਦਿੰਦੀ ਆ। ਪਰਮਾਤਮਾ ਕੋਲੋਂ ਜੋ ਮਰਜ਼ੀ ਮੰਗ ਲਓ, ਉਹ ਥੋੜ੍ਹੀ ਨਾ, ਉਹਦੇ ਕੋਲ ਥੋੜ੍ਹੀ ਨਾ ਕਮੀ ਆ ਕਿਸੇ ਚੀਜ਼ ਦੀ। ਸੁੱਖਾਂ ਦਾ ਸਾਗਰ ਆ, ਸੁਰਤਰ ਚਿੰਤਾਮਨ, ਕਾਮ ਤੇਨ ਗਊ ਕਹਿੰਦੇ ਆ ਜੀ, ਐਸੀ ਗਊ ਹੈ ਜੋ ਮਰਜ਼ੀ ਕਾਮਨਾ ਕਰ ਲਓ ਪੂਰੀ ਕਰ ਦਿੰਦੀ ਆ। ਬਸ ਜਾਕਾ ਹੈ ਉਹਦੇ ਬਸ ਦੇ ਵਿੱਚ ਆ, ਮਾਲਕ ਪਰਮਾਤਮਾ ਦੇ ਕੰਟਰੋਲ ਦੇ ਵਿੱਚ, ਜਿਹੜੇ ਆਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਨੇ ਇਹ ਕਹਿੰਦੇ ਆ। ਸੁਖ ਸਾਗਰ ਸੁਰਤਰ ਚਿੰਤਾਮਨ ਕਾਮ ਤੇਨ ਬਸ ਜਾਕੇ, ਚਾਰ ਪਦਾਰਥ ਅਸ਼ਟ ਦਸਾ ਸਿੱਧ, ਨੌਨਿਧ ਕਰਤਲ ਤਾਕੇ।
ਇਹ ਧਰਮ ਅਰਥ ਕਾਮ ਮੋਖ, ਇਹ ਜਿਹੜਾ ਹੈਗਾ 4 ਪਦਾਰਥ ਗਿਣੇ ਆ। ਅਸ਼ਟ ਦਸਾ ਸਿੱਧ, ਅਸ਼ਟ ਤੇ ਦਸਾ, 8 ਤੇ 10 18 ਸਿੱਧੀਆਂ, 9 ਨਿਧੀਆਂ, 9 ਨਿਧ ਕਰ ਤਲ ਤਾਕੇ, ਉਹਦੀ ਹੱਥ ਦੀ ਤਲੀ ਦੇ ਉੱਤੇ ਪਏ ਆ ਮਾਲਕ ਪਰਮਾਤਮਾ ਦੀ। ਉਹਨਾਂ ਨੂੰ ਬਣਾਉਣ ਵਾਲਾ ਉਹ ਮਾਲਕ ਪਰਮਾਤਮਾ ਹੈਗਾ। ਉਹ ਮਾਲਕ ਦੀ ਭਗਤੀ ਹਾਲੇ ਵੀ ਨਹੀਂ ਕਰ ਰਿਹਾ ਤੂੰ। ਹਰ 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 ਨਾ ਜਪੈ ਰਸਨਾ, ਅਵਰ ਸਭ ਤਿਆਗ ਬਚਨ ਰਚਨਾ ਰਹਾਓ। ਦੇਖੋ ਕੀ ਕਹਿ ਰਹੇ ਭਗਤ ਜੀ ਆਪਣੀ ਰਸਨਾ ਨੂੰ, ਕਹਿੰਦੇ ਹੈ ਮੇਰੇ ਮਨਾ ਉਹ ਮਾਲਕ ਪਰਮਾਤਮਾ ਤੇਰੇ ਅੰਦਰ ਹੈ, ਤੂੰ ਉਹਦਾ ਧਿਆਨ ਹੀ ਨਹੀਂ ਕਰ ਰਿਹਾ, ਉਹ ਮਾਲਕ ਨੂੰ ਪੁਕਾਰ ਹੀ ਨਹੀਂ ਰਿਹਾ, ਮਾਲਕ ਨੂੰ ਸਮਰਨ ਹੀ ਨਹੀਂ ਕਰ ਰਿਹਾ। ਅਵਰ ਸਭ ਤਿਆਗ ਬਚਨ ਰਚਨਾ, ਤਿਆਗ ਤੇ ਸਾਰਾ, ਰਚਨਾ ਦੇ ਬਚਨ ਆ ਸਾਰੇ ਦੇ ਸਾਰੇ। ਸਾਰਾ ਆਕਾਰ ਤੋਂ ਪੈਦਾ ਹੋ ਰਿਹਾ ਜੋ ਕੁਛ ਵੀ ਤੂੰ, ਜਿਹੜਾ ਜੋ ਕੁਛ ਵੀ ਸੋਚ ਰਿਹਾ ਤੂੰ, ਹੋਰ ਸਾਰਾ ਕੁਛ। ਅਵਰ ਸਭ ਤਿਆਗ ਬਚਨ ਰਚਨਾ ਰਹਾਓ। ਹਰ 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 ਨਾ ਜਪੈ ਰਸਨਾ, ਅਵਰ ਸਭ ਤਿਆਗ ਬਚਨ ਰਚਨਾ ਰਹਾਓ। ਆਪਣੇ ਅੰਦਰ ਦੇਖ ਲਓ ਕਿਵੇਂ ਜਿਹੜੇ ਹੈਗੇ ਆਕਾਰ ਤੋਂ ਜਿਹੜੇ ਹੈਗੇ ਸਾਰੇ ਜਿਹੜੇ ਆਪਣੇ ਅੰਦਰ ਆਪਾਂ ਚੱਲੀ ਜਾ ਰਹੇ ਆ, ਆਪਣੇ ਅੰਦਰ ਜਿਹੜੇ ਹੈਗੇ ਵਿਚਾਰ, ਕਹਿੰਦੇ ਤਿਆਗ ਦੇ ਪਾਏ, ਇਹਨਾਂ ਨੂੰ ਤਿਆਗ ਦੇ। ਅਵਰ ਸਭ ਤਿਆਗ ਬਚਨ ਰਚਨਾ, ਇਹ ਰਚਨਾ ਦੇ ਵਿਚਾਰ ਅੰਦਰ ਆਪਣੇ ਰਚਿਤ ਕਰੀ ਜਾ ਰਹੇ, ਆਪਾਂ ਬਣਾਈ ਜਾ ਰਹੇ, ਚੱਲੀ ਜਾ ਰਿਹਾ ਪ੍ਰੋਸੈਸਰ। ਰਹਾਓ। ਨਾਨਾ ਖਿਆਨ ਪੁਰਾਨ ਵੇਦ ਵਿਦ 34 ਅੱਖਰ ਮਾਹੀ। ਨਾਨਾ ਖਿਆਨ, ਹੁਣ ਦੇਖੋ ਇਹ ਆਪਣੇ ਰਵਿਦਾਸ ਜੀ ਨੇ ਸਟੱਡੀ ਕਿੱਥੇ ਤੱਕ ਕੀਤੀ ਹੋਈ ਹੈ। ਨਾਨਾ ਖਿਆਨ ਪੁਰਾਨ ਵੇਦ ਵਿਦ, ਕਹਿੰਦੇ ਇੰਨਾ ਜਿਹੜਾ ਹੈਗਾ ਅਨੇਕਾਂ ਪ੍ਰਕਾਰ ਦੇ ਵਿਖਿਆਨ ਜਿਹੜੇ ਹੈਗੇ ਪੁਰਾਣਾਂ ਦੇ ਵਿੱਚ, ਵੇਦ ਦੇ ਵਿੱਚ ਇੰਨੀਆਂ ਵਿਧੀਆਂ ਦਿੱਤੀਆਂ ਹੋਈਆਂ। ਵੇਦ ਵਿਦ 34 ਅੱਖਰ ਮਾਹੀ, ਕਹਿੰਦੇ 34 ਅੱਖਰਾਂ ਦੇ ਵਿੱਚ ਹੀ ਸਾਰਾ ਗਿਆਨ ਹੈਗਾ। ਸਾਰਾ ਦਾ ਸਾਰਾ ਗਿਆਨ ਅੱਖਰੀ ਗਿਆਨ ਹੈਗਾ, ਅੱਖਰਾਂ ਦੇ ਵਿੱਚ ਹੈਗਾ ਗਿਆਨ। ਵਿਆਸ ਵਿਚਾਰ ਕਹਿਓ ਪਰਮਾਰਥ, ਰਾਮ ਨਾਮ ਸਰ ਨਾਹੀ। ਇੱਥੇ ਮਾਫ ਕਰਨਾ ਜੀ ਜੇ ਆਪਾਂ ਹੁਣੇ ਗੁਰੂ ਗ੍ਰੰਥ ਸਾਹਿਬ ਵੀ ਵਿੱਚ ਲੈ ਲਈਏ ਤੇ ਆਪਾਂ ਕਹੀਏ ਖਾਲੀ ਜਿਹੜਾ ਹੈਗਾ ਪਾਠ ਕਰਨ ਦੇ ਨਾਲ ਜਿਹੜਾ ਹੈਗਾ, ਇਹਨੂੰ ਵਿਚਾਰਨ ਦੇ ਨਾਲ ਜਿਹੜਾ ਹੈਗਾ ਇਹ 34 ਅੱਖਰ 'ਚ ਹੈ ਨਹੀਂਗਾ, ਤੇ ਫਿਰ ਆਪਾਂ ਜਿਹੜੇ ਹੈਗੇ ਭਾਈ ਗਲਤ ਜਿਹੜਾ ਹੈਗਾ, ਫਿਰ ਆਪਾਂ ਉਚਾਈ ਨਹੀਂ ਸ਼ਬਦ ਦੀ ਫੜ ਰਹੇ, ਫਿਰ ਇਹ ਗੁਰੂ ਗ੍ਰੰਥ ਸਾਹਿਬ ਦੀ ਉਚਾਈ ਨਹੀਂ ਲੈ ਰਹੇ, ਇਹਨੂੰ ਆਪਾਂ ਜਿਹੜੇ ਹੈਗੇ ਫਿਰ ਨੀਵਾਂ ਕਰਤਾ। ਹਾਂਜੀ 34 ਅੱਖਰ ਥੋੜਾ ਐਕਸਪਲੇਨ ਕਰਨਾ। 34 ਅੱਖਰ ਜਿਹੜੇ ਹੈਗੇ ਬੋਲੀ ਦੇ ਅੱਖਰ, ਲਿਪੀ ਦੇ, ਜਿਸ ਤਰ੍ਹਾਂ ABCD ਅੱਖਰ ਹੁੰਦੇ ਇਸ ਤਰ੍ਹਾਂ ਦੇ ਅੱਖਰ ਇਹਨਾਂ ਨੂੰ ਕਹਿੰਦੇ। ਅਲਫਾਬੈਟ ਜਿਹੜਾ ਆਪਣਾ ਅਲਫਾਬੈਟ। ਹਾਂਜੀ ਹਾਂਜੀ ਬਿਲਕੁਲ ਹਾਂਜੀ। ਨਾਨਾ ਖਿਆਨ ਪੁਰਾਨ ਵੇਦ ਵਿੱਚ 34 ਅੱਖਰ ਮਾਹੀ, ਵਿਆਸ ਵਿਚਾਰ ਕਹਿਓ ਪਰਮਾਰਥ। ਵਿਆਸ ਰਿਸ਼ੀ ਨੇ ਵਿਚਾਰ ਕੇ ਪਰਮਾਰਥ ਦੀ ਗੱਲ ਕਹੀ, ਔਰ ਗੁਰੂ ਗ੍ਰੰਥ ਸਾਹਿਬ ਵੀ ਇਹੀ ਗੱਲ ਕਹਿ ਰਹੇ, ਕਹਿੰਦੇ ਭਾਈ ਰਾਮ ਨਾਮ ਸਰ ਨਾਹੀ, ਰਾਮ ਨਾਮ ਦੇ ਬਰੋਬਰ ਹੈ ਨਹੀਂ ਗੇ, ਇਹ ਧਿਆਨ ਸਿਮਰਨ ਦੇ ਬਰੋਬਰ ਨਹੀਂ ਹੈਗੇ। ਨਾਨਾ ਖਿਆਨ ਪੁਰਾਨ ਵੇਦ, ਨਹੀਂ ਤਾਂ ਫਿਰ ਬਾਣੀ ਦੀ ਇੱਕ ਇੱਕ ਲਾਈਨ ਜਿਹੜੀ ਹੈਗੀ, ਇੱਕ ਇੱਕ ਸ਼ਬਦ ਜਿਹੜਾ ਹੈਗਾ, ਇੱਕ ਇੱਕ ਸ਼ਲੋਕ ਜਿਹੜਾ ਹੈਗਾ, ਇੱਕ ਇੱਕ ਪੌੜੀ ਜਿਹੜੀ ਹੈਗੀ, ਕਿਉਂ ਜਿਹੜੀ ਹੈ ਧਿਆਨ ਸਿਮਰਨ ਦੇ ਬਾਰੇ ਗੱਲ ਕਰਦੀ ਹੈ, ਕਿਉਂ ਇਹ ਨਾਮ ਦੇ ਬਾਰੇ ਗੱਲ ਕਰਦੀ ਹੈ। ਜੇ ਇਹਦੇ ਵਿੱਚ ਇਹੀ ਹੁੰਦਾ ਨਾਮ, ਇਹੀ ਧਿਆਨ ਸਿਮਰਨ ਹੁੰਦਾ, ਫਿਰ ਇਹਨੂੰ ਗੱਲ ਕਰਨ ਦੀ ਕੀ ਲੋੜ ਸੀਗੀ ਆ। ਇਹ ਗੱਲ ਜਿਹੜੀ ਹੈ ਬਹੁਤ ਵਜਨ ਵਾਲੀ ਗੱਲ ਹੈ। ਨਾਨਾ ਖਿਆਨ ਪੁਰਾਨ ਵੇਦ ਵਿਦ 34 ਅੱਖਰ ਮਾਹੀ, ਵਿਆਸ ਵਿਚਾਰ ਕਹਿਓ ਪਰਮਾਰਥ। ਗੁਰੂ ਨਾਨਕ ਸਾਹਿਬ ਨੇ ਵੀ ਇਹੀ, ਸਾਰੇ ਗੁਰੂ ਸਾਹਿਬਾਨ ਨੇ, ਇਹ ਗੁਰੂ ਗ੍ਰੰਥ ਸਾਹਿਬ ਇਹ ਵੀ ਇਹੀ ਗੱਲ ਕਹਿ ਰਹੇ ਆ ਵੀ ਪਿਆਰਿਆ ਰਾਮ ਨਾਮ ਦੇ ਬਰੋਬਰ ਹੈ ਨਹੀਂ। ਰਾਮ ਨਾਮ ਤੈਨੂੰ ਪ੍ਰੈਕਟੀਕਲ ਕਰਨਾ ਪਊਗਾ। ਅੰਦਰ ਮਾਲਕ ਪਰਮਾਤਮਾ ਤੇਰੇ ਬੈਠਾ ਹੈ, ਤੈਨੂੰ ਉਹਦੇ ਵੱਲ ਨੂੰ ਧਿਆਨ ਕਰਨਾ ਪਊਗਾ। ਆਤਮ ਵੱਲ, ਆਤਮਾ ਦੀ ਯਾਤਰਾ ਕਰਨੀ ਪਊਗੀ। ਆਤਮ ਗਿਆਨ, ਇਹ ਆਤਮ ਗਿਆਨ ਹੈ, ਤੈਨੂੰ ਗਿਆਨ ਦੇ ਰਹੀ ਕਿਵੇਂ ਕਰਨੀ ਹੈ ਯਾਤਰਾ, ਕਿਵੇਂ ਜਿਹੜਾ ਹੈਗਾ ਜੋ ਮਾਲਕ ਨੇ ਜੋੜਾ ਚੋਗਾ ਪਾਇਆ ਆ, ਜੋ ਸੰਸਾਰ ਰਚਨਾ, ਇਹ ਜੋ ਦਿਖ ਰਿਹਾ ਹੈ ਪਦਾਰਥ, ਜੋ ਸਵਾਦ, ਇਹ ਸਾਰੇ ਕਿਸ ਤਰ੍ਹਾਂ ਇਹਨਾਂ ਤੋਂ ਛੁਟਕਾਰਾ ਪਾਉਣਾ ਹੈ। ਨਾਨਾ ਖਿਆਨ ਪੁਰਾਨ ਵੇਦ ਵਿਦ
34 ਅੱਖਰ ਮਾਹੀ ਬਿਆਸ ਵਿਚਾਰ ਕਹਿਓ ਪਰਮਾਰਥ। ਕਹਿੰਦੇ ਪਰਮਾਰਥ ਦੀ ਗੱਲ ਬਿਆਸ ਰਿਸ਼ੀ ਨੇ ਵਿਚਾਰ ਕੇ ਦੱਸ ਦਿੱਤੀ। ਜਿਹਨੇ ਵੇਦਾਂ ਨੂੰ ਵਿਚਾਰਿਆ, ਗਿਆਨ ਨੂੰ ਵਿਚਾਰਿਆ ਆ, ਉਹਨੇ ਗਿਆਨ ਨੂੰ ਵਿਚਾਰ ਕੇ ਦੱਸ ਦਿੱਤਾ। ਭਾਈ ਗਿਆਨ ਜਿਹੜਾ ਹੈਗਾ ਇਹ ਰਾਮ ਨਾਮ ਦੇ ਬਰੋਬਰ ਨਹੀਂ ਹੋ ਸਕਦਾ। ਇਹ ਇੱਕ ਪਾਰਟ ਹੈ। ਹਾਂ ਵੀਰ ਜੀ, ਉਹ ਕਹਿੰਦੇ ਵੀ ਉਹ ਵਿਚਾਰ ਕੇ ਜੋ ਗਿਆਨ ਉਹਨਾਂ ਨੂੰ ਆਪਣਾ ਗਿਆਨ ਆਇਆ ਉਹ ਅੱਖਰਾਂ ਦੇ ਵਿੱਚ ਉਹਨਾਂ ਨੇ ਦਰਜ ਕਰ ਦਿੱਤਾ, ਤੇ ਤੁਸੀਂ ਵੀ ਇਹਨਾਂ ਅੱਖਰਾਂ ਤੋਂ ਗਿਆਨ ਲੈ ਕੇ ਤੁਸੀਂ ਵੀ ਉਸੇ ਤਰ੍ਹਾਂ ਅੰਦਰ ਵੜ ਜਾਓ ਆਪਣੇ। ਹਾਂ, ਆਪਣਾ ਗਿਆਨ ਲਓ, ਪ੍ਰੈਕਟੀਕਲ ਕਰੋ, ਪ੍ਰੈਕਟੀਕਲ। ਬਿਆਸ ਵਿਚਾਰ ਕਹਿਓ ਪਰਮਾਰਥ, ਰਾਮ ਨਾਮ ਸਰ ਨਾਹੀ। ਹੁਣ ਜਿਹੜਾ ਕਰਨਾ ਕੀ ਹੈਗਾ, ਸਹਿਜ ਸਮਾਧ ਉਪਾਦ ਰਹਿਤ ਪੁਨ ਬੜੇ ਭਾਗ ਲਿਵ ਲਾਗੀ। ਆ ਤਾਂ ਕਰਨਾ ਪਊਗਾ ਭਾਈ, ਧਿਆਨ ਸਿਮਰਨ ਕਰਨਾ ਪਊਗਾ, ਸਹਿਜ ਸਮਾਧੀ ਲਾਉਣੀ ਪੈਣੀ ਹੈ ਭਾਈ, ਇਹਨੂੰ ਸਮਾਂ ਦੇਣਾ ਪੈਣਾ ਹੈ। ਜੇ ਕਹੀਏ ਤੁਰਦੇ ਫਿਰਦੇ ਕਰ ਲਈਏ, ਨਾ ਬਈ ਨਾ। ਦੇਖੋ ਸਵੇਰ ਦਾ ਟਾਈਮ ਹੈ, ਸ਼ਾਮ ਦਾ ਟਾਈਮ ਹੈ, ਸੌਣ ਵੇਲੇ ਜਿਹੜਾ ਹੈਗਾ ਥੋੜ੍ਹਾ ਜਿਹਾ ਟਾਈਮ ਕੱਢੋ, ਅਤੇ ਸਵੇਰੇ ਜਿਹੜਾ ਹੈਗਾ ਸਵੇਰੇ ਥੋੜ੍ਹਾ ਜਿਹਾ ਟਾਈਮ ਕੱਢ ਦਿਓ ਭਾਈ। 24 ਘੰਟੇ ਦੇ ਰਿਹਾ ਮਾਲਕ ਪਰਮਾਤਮਾ, ਉਹਦੇ ਵਿੱਚ 1-2 ਘੰਟੇ ਕੱਢਣੇ ਆਪਣੇ ਵਾਸਤੇ ਜਿਹੜਾ ਹੈਗਾ ਜਸਟੀਫਾਈਡ ਹੈ। ਬਿਲਕੁਲ ਇਹਨੂੰ ਕਹੀਏ ਵੀ ਜਸਟੀਫਾਈਡ ਨਹੀਂ ਹੈ। ਜਿਹੜੇ ਮਾਲਕ ਨੇ ਦਿੱਤਾ ਹੈ, ਸਰੀਰ ਦਿੱਤਾ ਹੈ, ਆਹ ਜਿਹੜਾ ਹੈਗਾ ਸਾਰਾ ਜਿਹੜਾ ਹੈਗਾ ਸੁਰਤ ਮਤ ਮਨ ਬੁੱਧੀ ਜਿਹੜੀ ਸਾਰੇ ਸਵਾਦ ਦੇ ਰਿਹਾ, ਸਾਰਾ ਹਵਾ ਆਕਸੀਜਨ ਸਾਰਾ ਕੁਛ ਦੇ ਰਿਹਾ ਆਪਾਂ ਨੂੰ, ਉਹਦੇ ਵਾਸਤੇ ਜਿਹੜਾ ਹੈਗਾ ਜੇ ਆਪਾਂ ਕਹੀਏ ਕਿ ਮੇਰੇ ਕੋਲ ਸਮਾਂ ਨਹੀਂ ਹੈ, ਦੇਖੋ ਵੀ ਬਿਲਕੁਲ ਹੀ ਗੱਲ ਜਿਹੜੀ ਹੈ ਨਾ ਉਹ ਬਿਲਕੁਲ ਚੰਗੀ ਨਹੀਂ ਲੱਗ ਰਹੀ। ਸਹਿਜ ਸਮਾਧ ਉਪਾਦ ਰਹਿਤ ਫੁਨ ਬੜੇ ਭਾਗ ਲਿਵ ਲਾਗੀ। ਇਹਦੇ ਨਾਲ ਉਪਾਧੀ ਤੋਂ ਰਹਿਤ ਹੋਣਾ ਹੈ। ਉਪਾਧੀ ਕੀ ਆ? ਇਹ 3 ਤਾਪ ਆ, ਆਦਿ ਵਿਆਧੀ ਉਪਾਧੀ। ਆਦਿ ਹੈਗੀ ਚਿੰਤਾ ਸੋਚ ਫਿਕਰ ਚੁਰਨਾ, ਅਤੇ ਵਿਆਧ ਹੈਗੀ ਜਿਹੜੇ ਆਪਾਂ ਨੂੰ ਆ ਅਮਲ ਲੱਗੇ ਹੋਏ ਆ, ਜਿਹੜੇ ਜੋ ਵੀ ਆਪਾਂ ਸਵਾਦਾਂ ਦੇ ਵਿੱਚ ਜਿਹੜੇ ਅਮਲ ਲੱਗੇ ਹੋਏ ਆ, ਇਹ ਵਿਆਧੀ ਹੈਗੀ। ਅਤੇ ਉਪਾਧੀ ਹੈਗੀ ਇਹ ਮਨ ਜਿਹੜਾ ਹੈਗਾ ਟਿਕਦਾ ਨਹੀਂ ਹੈ ਕਿਤੇ ਵੀ, ਚੰਚਲ ਮਨ, ਆ ਵੀ ਚਾਹੀਦਾ ਉਹ ਵੀ ਚਾਹੀਦਾ, ਬਸ ਇਹਨੇ ਉਪਦਰਵ ਕਰੀ ਜਾਣਾ, ਟੱਪੀ ਜਾਣਾ ਇਹਨੂੰ ਕਹਿੰਦੇ ਉਪਾਧੀ। ਸਿੰਪਲ ਸ਼ਾਰਟਕਟ ਕਹਿੰਦੇ ਇਹਦੇ ਮਨ ਦੀ ਉਪਾਧੀ ਜਿਹੜਾ ਹੈਗਾ, ਮਨ ਨਹੀਂ ਟਿਕਦਾ ਪਿਆਰਿਆ, ਇਹ ਟਿਕ ਜਾਏਗਾ, ਉਪਾਦ ਰਹਿਤ ਹੋ ਜਾਏਗਾ, ਇਹ ਵੱਡੇ ਭਾਗ ਬਣ ਜਾਣਗੇ ਤੇਰੇ, ਔਰ ਲਿਵ ਲੱਗ ਜਾਏਗੀ ਤੇਰੀ। ਤੂੰ ਸਹਿਜ ਸਮਾਧੀ ਦੇ ਵਿੱਚ ਜਾ ਤਾਂ ਸਹੀ, ਤੂੰ ਆਪਣੇ ਅੰਦਰ ਵੜ ਕੇ ਤਾਂ ਦੇਖਣਾ, ਤੂੰ ਆਪਣੇ ਅੰਦਰ ਆਪਣੇ ਵਿਚਾਰਾਂ ਨੂੰ ਜਿਹੜਾ ਹੈਗਾ, ਤੇਰੇ ਅੰਦਰ ਵਿਚਾਰ ਤੇਰਾ ਜਾਲਾ ਇੰਨਾ ਚੱਲ ਰਿਹਾ, ਇੰਨਾ ਵਿਚਾਰਾਂ ਦਾ ਸਮੁੰਦਰ ਤੇਰੇ ਅੰਦਰ ਇਸ ਤਰ੍ਹਾਂ ਲਹਿਰਾਂ ਉੱਠ ਰਹੀਆਂ, ਕਦੀ ਤੂੰ ਉਹਨਾਂ ਨੂੰ ਦੇਖ ਤਾਂ ਸਹੀ ਇਹ ਕੀ ਹੈਗਾ, ਕਦੀ ਦੇਖ ਤਾਂ ਸਹੀ ਵੜ ਕੇ, ਕਦੀ ਉਹਨਾਂ ਨੂੰ ਡਰਾਪ ਤਾਂ ਕਰ, ਉਹਨਾਂ ਨੂੰ ਸਹਿਜ ਸਮਾਧ ਉਹਨਾਂ 'ਚੋਂ ਨਿਕਲ ਤਾਂ ਸਹੀ। ਤੇਰੀ ਸੁਰਤ ਤੇ ਕਿੱਥੇ ਜਾ ਕੇ ਬਾਰ-ਬਾਰ 24 ਘੰਟੇ ਜਿਹੜੀ ਹੈਗੀ ਉਹ ਵਿਚਾਰਾਂ ਲਹਿਰਾਂ ਦੇ ਵਿੱਚ ਘੁੰਮ ਰਹੀ ਹੈ। ਸਹਿਜ ਸਮਾਧ, ਇਸ ਤਰ੍ਹਾਂ ਸਹਿਜ ਸਮਾਧੀ ਲੱਗ ਜਾਏਗੀ। ਫਿਰ ਸਹਿਜ ਸਮਾਧ ਉਪਾਦ ਰਹਿਤ, ਕਿਉਂਕਿ ਜਦ ਆਪਾਂ ਵਿਚਾਰ ਜਿਹੜੇ ਗਏ ਅਤੇ ਅੰਦਰ ਆਪਣੇ ਜਿਹੜੇ ਹੈਗੇ ਉਹ ਜਿਹੜੀ ਹੈਗੀ ਆ ਅਨਹਦ ਸ਼ਬਦ ਜਿਹੜੇ ਹੈਗੇ ਲਾਜ਼ਮੀ ਜਿਹੜਾ ਹੈਗਾ ਉਹ ਲੈਵਲ 'ਤੇ ਆਪਾਂ ਚੱਲਾਂਗੇ। ਉਹ ਜਿਹੜਾ ਹੈਗਾ ਉਹਨੂੰ ਕਹਿੰਦੇ ਆ ਗਰਾਊਂਡ ਲੈਵਲ। ਆਟੋਮੈਟਿਕਲੀ ਆਪਣਾ ਨੇ ਉਹ ਧੁਨ ਫੜਨ 'ਚ ਆ ਜਾਏਗੀ, ਉਹ ਧੁਨ ਫੜਨ ਦੇ ਵਿੱਚ ਆ ਗਈ ਅਤੇ ਬਸ ਉਹਦੇ ਨਾਲ ਜੁੜਨਾ ਔਰ ਵਿਚਾਰ ਆਟੋਮੈਟਿਕਲੀ ਡਰਾਪ ਹੋ ਜਾਣੇ। ਫਿਰ ਬਹੁਤ ਸੁਖੈਨ ਯਾਤਰਾ ਬਹੁਤ ਈਜ਼ੀ ਹੋ ਜਾਂਦੀ ਹੈ। ਸਹਿਜ ਸਮਾਧ ਉਪਾਦ ਰਹਿਤ ਫੁਨ ਬੜੇ ਭਾਗ ਲਿਵ ਲਾਗੀ। ਕਹਿ ਰਵਿਦਾਸ ਪ੍ਰਗਾਸ ਹਿਰਦੈ ਧਰ ਜਨਮ ਮਰਨ ਭੈ ਭਾਗੀ। ਕਹਿੰਦੇ ਬਸ ਆਹੀ ਹੈ ਪਿਆਰਿਆ, ਗਿਆਨ ਲੈ ਲਾ, ਇਹਦੇ ਨਾਲ ਅੰਦਰ ਤੇਰੇ ਪ੍ਰਗਾਸ਼ ਹੋ ਜਾਏਗਾ। ਇਹਦੇ ਨਾਲ ਜਨਮ ਮਰਨ ਦਾ ਤੇਰਾ ਜਿਹੜਾ ਹੈਗਾ ਡਰ ਖਤਮ ਹੋ ਜਾਏਗਾ, ਜਨਮ ਮਰਨ ਦਾ ਗੇੜਾ ਤੇਰਾ ਖਤਮ ਹੋ ਜਾਏਗਾ। ਇਸ ਤੋਂ ਅੱਗੇ ਜਿਹੜਾ 5ਵਾਂ ਸ਼ਬਦ ਆ ਗਿਆ। ਹੁਣ ਦੇਖੋ ਅੱਗੇ ਜਿਹੜਾ ਹੈਗਾ, ਜਦ ਹੁਣ ਇਹ ਚੱਲ ਪਿਆ ਸਾਈਕਲ, ਜਦ ਇਹ ਜਿਹੜਾ ਹੈਗਾ ਜਿਹੜਾ ਇਨਸਾਨ ਜਿਹੜਾ ਹੈਗਾ ਇਹ ਗੱਲ ਆ ਵਿਵੇਕ ਬੁੱਧੀ ਆ ਗਈ, ਉਹਦੀ ਧਿਆਨ ਸਿਮਰਨ ਸ਼ੁਰੂ ਕਰਤਾ ਉਹਨੇ, ਉਸ ਤੋਂ ਅਗਲਾ ਸ਼ਬਦ ਆਇਆ। ਫਿਰ ਦੇਖੋ ਬਾਣੀ ਇਸ ਤਰ੍ਹਾਂ ਸਟੈਪ ਅਪ ਹੁੰਦੀ ਹੈ। ਜੋ ਤੁਮ ਗਿਰਵਰ ਤੋ ਹਮ ਮੋਰਾ, ਪਿਆਰ ਪੈਦਾ ਹੋ ਗਿਆ ਮਾਲਕ ਦੇ ਨਾਲ, ਇਸ ਤਰ੍ਹਾਂ ਦਾ ਪਿਆਰ ਪੈਦਾ ਹੋ ਗਿਆ। ਕਹਿੰਦੇ ਜੇ ਤੂੰ ਪਹਾੜ ਆ ਅਤੇ ਮੈਂ ਤੇਰੇ ਪਹਾੜ 'ਤੇ ਮੋਰ ਹਾਂ ਤੇਰਾ ਮਾਲਕਾ, ਮੈਂ ਤਾਂ ਕੂਕਦਾ ਹਾਂ ਤੇਰੇ ਸਿਰ 'ਤੇ ਹੀ। ਜੋ ਤੁਮ ਗਿਰਵਰ ਤੋ ਹਮ ਮੋਰਾ, ਜੋ ਤੁਮ ਚੰਦ ਤੋ ਹਮ ਭਏ ਹੈ ਚਕੋਰਾ। ਜੇ ਤੂੰ ਚਾਹੁੰਦੇ ਆ ਮਾਲਕਾ, ਮੈਂ ਤਾਂ ਤੈਨੂੰ ਹੀ ਦੇਖੀ ਜਾਂਦਾ ਹੈ, ਮੈਂ ਤਾਂ ਚਕੋਰ ਹਾਂ ਤੇਰਾ। ਮਾਧਵੇ
तुम ना तोड़ो तो हम नहीं तोड़ें। हे ਮੇਰੇ ਮਾਲਕਾ, ਤੂੰ ਜੇ ਨਾ ਤੋੜੇ ਨਾ ਤੇ ਫਿਰ ਜਿਹੜਾ ਹੈਗਾ ਫਿਰ ਤਾਂ ਗੱਲ ਬਣ ਸਕਦੀ ਹੈ। ਜੇ ਤੂੰ ਹੀ ਤੋੜ ਦੇਂਗਾ ਮਾਲਕਾ ਮੇਰੇ ਨਾਲ ਪਿਆਰ, ਤੇ ਫਿਰ ਤਾਂ ਮੈਂ ਕੁਛ ਵੀ ਨਹੀਂ ਕਰ ਸਕਦਾ। ਫਿਰ ਆਪਾਂ ਕੁਛ ਨਹੀਂ ਕਰ ਸਕਦੇ ਜੇ ਉਹ ਮਾਲਕ ਹੀ ਜਿਹੜਾ ਹੈਗਾ ਨਹੀਂ ਚਾਹੇ ਤੇ। माधवे तुम ना तोड़ो तो हम नहीं तोड़ें, तुम स्यों तोड़ कमन स्यों जोड़ें। दस दे मैनू तेरे नाल तोड़ के असी किदे नाल जोड़ीए, तेरे नाल तोड़ के किदे नाल जोड़ीए। माया दे नाल जोड़दे हां, माया तां जुन्हां दे विच माया तां रेर आचन जन्म जिहड़ा हैगा चले जांदा व्यर्थ। माधवे तुम ना तोड़ो तो हम नहीं तोड़ें, तुम स्यों तोड़ कवन स्यों जोड़ें रहाओ। जो तुम दीवरा तो हम बाती, कहते जे तू दीवा है मालका तो मैं तेरी बत्ती हैगा, मैं तेरी बत्ती हाँ मालका। जो तुम दीवरा तो हम बाती, जो तुम तीरथ तो हम जाती। जे तू तीरथ हैगा तो मैं तेरा यात्री हैगा। दीवा जिहड़ा हैगा बत्ती ना होए तो दीवा काहदा है भाई। जो तुम दीवरा तो हम बाती, कहते तेरे नाल ही है मैं तेरे नाल ही हाँ, तेरे नाल ही हाँ मैं। जो तुम तीरथ तो हम जाती, जाती मतलब यात्री। साची प्रीत हम तुम स्यों जोरी, तुम स्यों जोर अवर संग तोरी। कहते मालका देखो मालक खचर विद्या नहीं चाहता, मालक चाहता है कि तू ਜਿਹੇ ਜਿਹਾ ਮਰਜੀ ਹੈਗਾ, ਜਿੰਨਾ ਮਰਜੀ ਲਿਬੜਿਆ ਤਿਬੜਿਆ ਮੈਨੂੰ ਪਤਾ ਹੈ ਤੇਰਾ, ਮੈਂ ਤੈਨੂੰ ਪਛਾਣਦਾ ਹਾਂ, ਬਸ ਤੂੰ ਮੇਰੇ ਨਾਲ ਸਿੱਧਾ ਹੋ ਕੇ ਮੇਰੇ ਵੱਲ ਨੂੰ ਹੱਥ ਕਰ ਲਾ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਕਹਿੰਦੇ ਮੈਂ ਸੱਚੀ ਪ੍ਰੀਤ ਹੈ ਮੇਰੀ ਤੇਰੇ ਨਾਲ, ਮੈਂ ਜੋੜੀ ਹੈ ਮਾਲਕਾ। ਤੁਮ ਸਿਓ ਜੋਰ ਆਵਰ ਸੰਗ ਤੋੜੀ, ਤੇਰੇ ਨਾਲ ਮਾਲਕ ਦੇ ਨਾਲ ਤਾਂ ਜੁੜਦੀ ਹੈ ਤੇ ਬਾਕੀ ਟੁੱਟ ਜਾਂਦੀ ਹੈ ਸਾਰੀ। बाकी सारा जिहड़ा हैगा अपना मुख की बात सगल स्यों करता, जी संग अपना प्रीतम धरता। फिर जिहड़ा हैगा वो उत्थे जिहड़ा हैगा बस जिहड़ा हैगा अंदरों जिहड़ा हैगा खिच मालक दे नाल आ, बाकी जिहड़ा हैगा उहनूं की कहने आपां फार्मलिटी हैगी, बाकी सारी फार्मल हैगा। जो आपां ने दूसरिਆਂ ਦੇ प्रति जिहड़े हैगे जो आपां ने फर्ज अदा करना है, सिर्फ फर्ज है, ड्यूटी हैगी अपनी, ड्यूटी पे मालक ने ड्यूटी ते लाया। जो माँ प्यो घर वाली बच्चे जिहड़े हैगे सोसाइटी वो ड्यूटी है अपनी। साची प्रीत हम तुम स्यों जोरी, तुम स्यों जोर अवर संग तोरी। जह जह जाओ तहाँ तेरी सेवा। देखो की कह रहे हैं, कहते जिथे भी जाना है मालका मेरी खिच तेरे नाल बनी रहिंदी है, तेरी सेवा हर जगह ते तेरी सेवा हो जाती। जिथे भी थोड़ा समा मिलता है उत्थे ही जिहड़ा हैगा जुड़ जाता इंसान। वो धुन तां हमेशा चलती रहिंदी अंदर। विचार जिहड़े हैगे विचार बंद हो जाते हैं, पास्ट तां गायब हो जाता है बिल्कुल, फ्यूचर की चिंता नहीं रहिंदी, प्रेजेंट दे विच टिक जाता है इंसान, विद इन ए सैकेंड प्रेजेंट आ जाता है। जह जह पास्ट तां बिल्कुल जिहड़ा साफ हो जाएगा, पास्ट जिहड़ा हैगा ज़्यादा आपां चाहांगे तो खोद के कढ़ सकते हैं, बरी हो जाएगा बरी। जह जह जाओ तहाँ तेरी सेवा। ਆਪਾਂ ਜਿਹੜੇ ਹੈਗੇ ਸੀਰੀਅਸ ਨਹੀਂ ਹੁੰਦੇ, ਆਪਾਂ ਇਹ ਕਰਦੇ ਨਹੀਂ ਹੈ ਪ੍ਰੈਕਟੀਕਲ। ਬਾਕੀ ਆ ਗਿਆਨ ਲੈ ਲਿਆ, ਬਾਕੀ ਦੁਨੀਆ ਦੇ ਵਿੱਚ ਵਿਚਰ ਲੈ, ਬਸ ਜਿਹੜੇ ਆਪਾਂ ਸੀਰੀਅਸ ਨਹੀਂ ਹੁੰਦੇ ਪਾਏ। जह जह जाओ तहाँ तेरी सेवा, तुम सो ठाकुर और न देवा। तेरे वर्गा कोई ठाकुर नहीं है मालका, कोई प्रकाश रूप तेरे वर्गा कोई देवता नहीं हैगा। तुम सो ठाकुर और ना देवा, तुमरे भजन कटें जम फांसा। कहते तेरे भजन दे नाल आ जम दियां फाहियां किहड़ियां हैगियां, आ जिहड़े आपां फसे होए आ, ये काम क्रोध लोभ मोह अहंकार जिहड़े भी स्वाद हैगे आ, ये सारे दे सारे इहदे विच फसे होए आपां। ये जिहड़े हैगे तेरी आ भगती दे नाल भजन दे नाल ये फाहियां कट जांदियां भाई। आपां नूं नहीं पता लगदा किन्नियां फाहियां कट जांदियां जद आपां 5 मिनट दे रह गए विचार शून्य हुंदे। तुमरे भजन कटें जम फांसा, भगत हेत गावे रविदासा। मालका बस भगती के वास्ते ही मैं सारा कुछ कर रहा हैं, आ गा रहे हैं, जो आपां ज्ञान लै रहे हैं, जो आपां जिहड़े हैगे आ, ये सारा कुछ जिहड़ा हैगा
ਧਿਆਨ ਦੇ ਵਾਸਤੇ, ਜਿਹੜਾ ਨਾਮ ਦੇ ਵਾਸਤੇ ਜਿਹੜਾ ਹੈਗਾ ਆਪਾਂ ਕਰਦੇ ਹਾਂ। ਅਗਲਾ 6ਵਾਂ ਸ਼ਬਦ ਆ ਗਿਆ ਜਲ ਕੀ ਪੀਤ। ਹੁਣ ਦੇਖੋ ਭਗਤ ਜੀ ਆਪਾਂ ਨੂੰ ਰਵਿਦਾਸ ਜੀ ਦੱਸ ਰਹੇ ਵੀ ਤੂੰ ਹੈ ਕੌਣ, ਇੰਨੀ ਆਕੜ ਆ ਤੇਰੇ ਅੰਦਰ, ਇੰਨੀ ਹਉਮੈ ਆ ਤੇਰੀ, ਟੀਸੀ ਦੇ ਉੱਤੇ ਤੂੰ ਆਪਣੇ ਵਰਗਾ ਕਿਸੇ ਨੂੰ ਸਿਆਣਦਾ ਹੀ ਨਹੀਂ, ਸਮਝਦਾ ਨਹੀਂ ਹੈ। ਆ ਦੇਖ ਮੈਂ ਦੱਸਾਂ ਤੈਨੂੰ ਤੂੰ ਕੌਣ ਹੈਗਾ। ਜਲ ਕੀ ਪੀਤ, ਪੀਤ ਕਹਿੰਦੇ ਕੰਧ, ਕਹਿੰਦਾ ਤੇਰੇ ਸਰੀਰ ਦੇ ਵਿੱਚ ਜਿਹੜਾ ਹੈਗਾ 75% ਜਿਹੜਾ ਹੈਗਾ ਪਾਣੀ ਹੈਗਾ। ਇਸ ਸਰੀਰ ਦੇ ਵਿੱਚ ਇਹ ਕੰਧ ਦੇ ਪਾਣੀ ਦੀ ਕੰਧ ਹੈ। ਪਵਨ ਕਾ ਥੰਬਾ, ਇਹਦੇ ਵਿੱਚ ਜਿਹੜੀ ਹੈਗੀ ਇੱਕ ਥੰਬਾ ਕਹਿੰਦੇ ਆ, ਇੱਕ ਪਿਲਰ ਜਿਹੜਾ ਹੈਗਾ ਹਵਾ ਦਾ ਹੈ। ਦੇਖ ਨਾਭੀ ਤੋਂ ਉੱਪਰ ਤੱਕ ਜਿਹੜੀ ਆ ਹਵਾ ਦਾ ਪਿਲਰ ਹੈਗਾ, ਹਵਾ ਰਹਿੰਦੀ ਉੱਥੇ ਹਮੇਸ਼ਾ। ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੂੰਦ ਕਾ ਗਾਰਾ। ਦੇਖ ਇਹਦੇ ਵਿੱਚ ਜਿਹੜਾ ਹੈਗਾ ਮਾਂ ਦਾ ਖੂਨ ਤੇ ਪਿਓ ਦਾ ਬੀਰਜ, ਆਹ ਜਿਹੜਾ ਗਾਰਾ ਲੱਗਿਆ ਹੋਇਆ ਹੈ, ਇਹ ਦੋਨਾਂ ਦੇ ਨਾਲ ਸਰੀਰ ਬਣਿਆ ਹੋਇਆ ਹੈ। ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ। ਦੇਖ ਹੱਡੀਆਂ ਹੈਗੀਆਂ, ਮਾਸ ਹੈਗਾ, ਹੋਰ ਜਿਹੜੀਆਂ ਹੈਗੀਆਂ ਨਾੜੀਆਂ ਹੈਗੀਆਂ, ਸਾਰੀਆਂ ਬਲੱਡ ਵੈਸਲਸ ਜੇ ਕਹਿ ਲਓ, ਜਿਹੜੀਆਂ ਹੋਰ ਜਿਹੜੀਆਂ ਹੈਗੀਆਂ ਆਪਣੀਆਂ ਜਿਹੜੀਆਂ ਹੈਗੀਆਂ ਜਿਹੜੀਆਂ ਹੁੰਦੀਆਂ ਆਪਣੀਆਂ ਮਸਲਸ ਕਹਿੰਦੇ ਨੇ, ਕਹਿ ਦਿੰਦੇ ਆ, ਕਹਿੰਦੇ ਇਹ ਨਾੜੀਆਂ ਹੈਗੀਆਂ, ਇਹਨਾਂ ਦਾ ਪਿੰਜੜਾ ਹੈਗਾ ਭਾਈ। ਇਹਦੇ ਵਿੱਚ ਕੈਦ ਆ ਪੰਖੀ ਜਿਹੜਾ ਹੈਗਾ, ਆਤਮਾ ਜਿਹੜਾ ਹੈਗਾ, ਜੀਵ ਜਿਹੜਾ ਹੈਗਾ, ਉਹ ਵਿਚਾਰਾ ਇਹਦੇ ਵਿੱਚ ਰਹਿ ਰਿਹਾ ਹੈ। ਉਹਦੇ ਵਾਸਤੇ ਹੈਗਾ ਭਾਈ ਇਸ ਤਰ੍ਹਾਂ ਜਿਹੜਾ ਹੈਗਾ ਇਹ ਸਰੀਰ ਬਣਿਆ ਹੈ, ਇਹ ਪਿੰਜੜਾ ਬਣਾਇਆ ਹੋਇਆ ਹੈ ਮਾਲਕ ਨੇ। ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ ਰਹਾਓ। ਦੱਸ ਇਹਦੇ ਵਿੱਚ ਦੱਸ ਤੇਰਾ ਤੇ ਮੇਰਾ ਕੀ ਚੀਜ਼ ਹੈਗੀ। ਇਹ ਸਰੀਰ ਦੇ ਵਾਸਤੇ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਸਾਰੀ ਉਮਰ ਲੰਘਾ ਦੇਣਾ ਸਵਾਦਾਂ ਦੇ ਵਿੱਚ, ਇਸ ਸਰੀਰ ਦੇ ਵਿੱਚ ਮੈਂ ਮੇਰੀ ਕਰਕੇ, ਦੂਜੇ ਨੂੰ ਧੱਕਾ ਕਰਕੇ, ਲੜ ਝਗੜ ਕੇ। ਇਹ ਹੈ ਕੀ ਆ? ਤੂੰ ਇਹ ਸਰੀਰ ਹੈਗਾ ਹੈ। ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ। ਤਰਵਰ ਕਹਿੰਦੇ ਆ ਦਰਖਤ, ਪੰਖ ਕਹਿੰਦੇ ਆ ਪਕਸ਼ੀ। ਕਹਿੰਦੇ ਸਾਰੇ ਜਿਹੜੇ ਹੈਗੇ ਇੱਕ ਪਰਮਾਤਮਾ ਨੇ ਸ੍ਰਿਸ਼ਟੀ ਬਣਾਈ ਆ, ਇੱਕ ਦਰਖਤ ਹੈਗਾ, ਉਹਦੇ ਵਿੱਚ ਜਿਹੜਾ ਹੈਗਾ ਤੇਰੀ ਪਾਰਟੀ ਹੈਗੀ, ਉਹਦੇ ਅੰਦਰ ਤੇਰਾ ਪੰਖੀ ਹੈਗਾ। ਰਹਾਓ ਰਾਖੋ ਕੰਧ ਉਸਾਰੋ ਨੀਵਾ, 3.5 ਹਾਥ ਤੇਰੀ ਸੀਮਾ। ਕਹਿੰਦੇ ਇਹਦੇ ਵਾਸਤੇ, ਇਸ ਸਰੀਰ ਦੇ ਵਾਸਤੇ ਜਿਹੜਾ ਹੈਗਾ, ਇਸ ਸਰੀਰ ਦੇ ਵਾਸਤੇ ਹੱਡੀ ਮਾਸ ਨਾੜੀ ਦਾ ਪਿੰਜੜਾ ਜਿਹੜਾ ਹੈਗਾ, ਇਹਦੇ ਵਾਸਤੇ ਜਿਹੜਾ ਹੈਗਾ ਇੰਨੀਆਂ ਕੰਧਾਂ ਉਸਾਰਦਾ ਹੈ, ਇੰਨੀਆਂ ਨੀਵਾਂ ਪੱਕੀਆਂ ਕਰਦਾ ਹੈ, ਸਰੀਆ ਲੈਂਟਰ ਅੰਦਰ ਦੇ ਅੰਦਰ ਪੂਰਾ ਦਾ ਪੂਰਾ ਸਾਰਾ। ਰਾਖੋ ਕੰਧ ਉਸਾਰੋ ਨੀਵਾ, 3.5 ਹਾਥ ਤੇਰੀ ਸੀਮਾ। ਕਹਿੰਦੇ ਤੇਰਾ ਮੇਜ਼ਰਮੈਂਟ ਕਿੰਨਾ ਕੁ ਹੈਗਾ? ਕਹਿੰਦੇ 3.5 ਹੱਥ ਹੈਗੀ ਭਾਈ। ਹੱਥਾਂ ਦੇ ਨਾਲ ਨਾਪ ਲਓ, 3 ਤੇ 3.5, 3 ਤੇ ਅੱਧਾ, 3.5 ਮੈਕਸੀਮਮ ਜਿਹੜਾ ਹੈਗਾ। ਕਹਿੰਦੇ ਇੰਨੀ ਕੁ ਤੇਰੀ ਸੀਮਾ ਹੈਗੀ। ਫਿਰ ਬੰਕੇ ਬਾਲ ਪਾਗ ਸਿਰ ਡੇਰੀ। ਕਹਿੰਦੇ ਇੰਨੇ ਸੋਹਣੇ ਬਾਲ ਦੇਖ ਲਓ, ਕਿੰਨੇ ਜਿਹੜੇ ਹੈਗੇ, ਔਰਤਾਂ ਦੇ ਦੇਖ ਲਓ, ਆਦਮੀਆਂ ਦੇ ਦੇਖ ਲਓ। ਅੱਜ ਕੱਲ੍ਹ ਦੇਖੋ ਕਿਸ ਤਰ੍ਹਾਂ ਸਾਰੇ ਜਿਹੜੇ ਹੈਗੇ ਕਟਿੰਗ ਕਰਕੇ ਕਿਸ ਤਰ੍ਹਾਂ ਜਿਹੜੇ ਹੈਗੇ ਸਾਰੇ ਬਾਲਾਂ ਦੇ ਉੱਤੇ ਲੱਗੇ ਹੋਏ। ਵੰਕੇ ਬਾਲ ਕਹਿੰਦੇ ਬੜੇ ਸੋਹਣੇ ਸੋਹਣੇ ਸਜਾਉਣਾ ਹੈ ਬਾਲਾਂ ਨੂੰ। ਪਾਗ ਸਿਰ ਡੇਰੀ, ਪਹਿਲਾਂ ਪੱਗ ਬੰਨ੍ਹਦੇ ਸੀਗੇ, ਉਹ ਟੇਢੀ ਜਿਹੜੀ ਹੈ ਬੜੀ ਜਿਹੜੀ ਹੈ ਉਹ ਪੱਗ ਜਿਹੜੀ ਹੈ ਟੇਢੀ ਕਰਕੇ ਪੱਗ ਬੰਨ੍ਹਦੇ, ਹੁਣ ਵੀ ਬੰਨ੍ਹਦੇ। ਇਹ ਤਨ ਹੋਏਗੋ ਭਸਮ ਕੀ ਢੇਰੀ। ਕਹਿੰਦੇ ਸਰੀਰ ਦੇ ਵਾਸਤੇ ਇਹਨੇ ਤਾਂ ਭਸਮ ਦੀ ਢੇਰੀ ਹੋ ਜਾਣਾ, ਪਤਾ ਵੀ ਨਹੀਂ ਲੱਗਣਾ, ਮੁੱਠੀ 'ਚ ਆ ਜਾਣਾ ਸਾਰਾ ਕੁਛ। ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਹੋਰ ਦੇਖ ਲਾ ਐਡੇ ਵੱਡੇ ਮਹਿਲ ਪਾ ਕੇ, ਔਰ ਇੰਨੀ ਸੋਹਣੀ ਘਰ ਵਾਲਾ, ਸਾਰੇ ਬੱਚੇ ਬੁੱਚੇ ਸਾਰਾ ਕੁਛ। ਕਹਿੰਦੇ ਪਰਮੇਸ਼ਰ ਦਾ ਨਾਮ ਰਾਮ ਨਾਮ ਹੈ ਨਹੀਂ, ਬਸ ਇਹ ਗੇਮ ਹਾਰ ਗਿਆ ਤੂੰ। ਮਨੁੱਖੀ ਜੂਨ ਗਈ ਤੇਰੇ ਕੋਲੋਂ, ਹੁਣ ਨਹੀਂ ਲੱਭਦੀ। ਹੁਣ ਤੂੰ ਜੂਨਾਂ ਦੇ ਵਿੱਚ ਜਾ ਕੇ ਭੁਗਤਾਨ ਕਰ, ਉਸ ਤੋਂ ਬਾਅਦ ਫਿਰ ਮਿਲ ਜਾਏਗੀ। ਪਤਾ ਨਹੀਂ ਲੌਂਗ ਵੇਟ ਆ ਭਾਈ, ਕਿੰਨਾ ਪਤਾ ਨਹੀਂ, ਕਈ ਵਾਰੀ ਕਿੰਨੇ ਲੱਖਾਂ ਸਾਲ ਲੱਗ ਜਾਂਦੇ ਇਹਨੂੰ ਮਨੁੱਖੀ ਜੂਨ ਨੂੰ। ਕਿੰਨੇ ਤੱਕ ਜਨਮ 84 ਲੱਖ ਤਾਂ ਜੂਨਾਂ ਹੈਗੀਆਂ, ਔਰ ਇੱਕ ਜੂਨ 'ਚ ਪਤਾ ਨਹੀਂ ਕਿੰਨੇ ਜਨਮ ਕਿੰਨੀ ਵਾਰੀ ਦਿੰਦਾ।
ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਬਾਜੀ ਹਾਰੀ। ਬਾਜੀ ਗੇਮ ਆ ਇਹ, ਹਾਰ ਜਾਂਦੇ ਆਪਾਂ। ਆਪਣੇ ਹੱਥ 'ਚ ਹੈ ਚਾਲ ਚੱਲਣੀ, ਆਪਣੇ ਹੱਥ 'ਚ ਹੈ ਸਾਰਾ ਕੁਝ। ਜਿਹੜਾ ਮਰਜ਼ੀ ਕਦਮ ਚੱਲ ਲਓ, ਭਾਵੇਂ ਜਿੱਤਣ ਵੱਲ ਨੂੰ ਹੋ ਲਓ, ਭਾਵੇਂ ਜਿਹੜਾ ਹੈਗਾ ਹਾਰਨ ਵੱਲ ਨੂੰ, ਤਾਂ ਜਾ ਹੀ ਰਹੇ ਆਪਾਂ। ਇੱਥੇ ਰਹਿ ਨਹੀਂ ਸਕਦੇ, ਇਸ ਡੰਡੇ ਦੇ ਉੱਤੇ ਮਨੁੱਖੀ ਜੂਨ ਰਿਟੇਨ ਨਹੀਂ ਕਰ ਸਕਦੇ ਆਪਾਂ। ਔਰ ਇਹ ਵੀ ਨਹੀਂ ਪਤਾ ਕਿ ਕਿੰਨੀ ਕੁ ਲੰਘ ਗਈ ਔਰ ਕਿੰਨੀ ਕੁ ਬਾਕੀ ਹੈਗੀ। ਮੇਰੀ ਜਾਤ ਕਮੀਨੀ ਪਾਂਤ ਕਮੀਨੀ ਹੋਛਾ ਜਨਮ ਹਮਾਰਾ। ਕਹਿੰਦੇ ਮੇਰੀ ਜਾਤ ਵੀ ਕਮੀਨੀ ਹੈਗੀ ਜਿਸ 'ਚ ਮੈਂ ਪੈਦਾ ਹੋਇਆ। ਮੇਰੀ ਪਾਂਤੀ, ਮੇਰਾ ਉੱਠਣਾ ਬੈਠਣਾ, ਉਹ ਵੀ ਮੇਰਾ ਕਮੀਨਾ ਹੀ ਹੈਗਾ, ਉਹ ਵੀ ਮਾੜੀ ਹੈ। ਮੇਰਾ ਹੋਛਾ ਜਨਮ, ਮੇਰਾ ਜਨਮ ਵੀ ਬਿਲਕੁਲ ਨੀਵਾਂ ਹੈਗਾ ਭਾਈ। ਮੇਰੇ ਜਿਹੜੇ ਹੈਗੇ ਉੱਠਣਾ ਬੈਠਣਾ, ਮੇਰੀ ਸੰਗਤ ਸਾਰੀ ਦੀ ਸਾਰੀ ਜਿਹੜੀ ਹੈਗੀ ਗਲਤ ਹੈਗੀ। ਤੁਮ ਸਰਨਾਗਤ ਰਾਜਾ ਰਾਮਚੰਦ ਕਹਿ ਰਵਿਦਾਸ ਚਮਾਰਾ। ਤੇਰੀ ਸ਼ਰਨ ਦੇ ਵਿੱਚ ਆ ਮਾਲਕਾ, ਤੇਰੀ ਸ਼ਰਨ ਦੇ ਵਿੱਚ ਆ ਉਹ ਰਾਜਾ ਰਾਮ, ਰਮੇ ਹੋਏ ਮਾਲਕ ਰਾਜਾ ਰਾਮਚੰਦ ਕਹਿ ਰਵਿਦਾਸ ਚਮਾਰਾ। ਮੈਂ ਰਵਿਦਾਸ ਜੀ ਮਾਲਕ ਦੇ ਅੱਗੇ ਬੇਨਤੀ ਕਰ ਰਹੇ। ਹਾਂ ਜੀ, ਰਵਿਦਾਸ ਜੀ ਦੇ 6 ਸ਼ਬਦ ਨਹੀਂ, ਅੱਗੇ 7ਵਾਂ ਵੀ ਹੈਗਾ ਜੀ, ਮਾਫ ਕਰਨਾ। ਚਮਰਟਾ ਗਾਂਠ ਨਾ ਜਨਈ। ਦੇਖ ਲਓ ਹੁਣ ਚੰਮ ਦਾ ਵਪਾਰ ਕਰ ਰਹੇ ਆ ਔਰ ਸਾਰੀ ਉਮਰ ਜਿਹੜੀ ਹੈਗੀ ਉਹ ਜੁੱਤੀਆਂ ਗੰਢ ਰਹੇ, ਜਾਂ ਹੋਰ ਜਿਹੜੇ ਹੈਗੇ ਝੋਲੇ ਜਾਂ ਬੈਗ ਜਾਂ ਜੋ ਵੀ ਜੈਕਟ, ਜੋ ਕੁਛ ਵੀ ਬਣਾਉਂਦੇ ਸੀਗੇ। ਜਾਂ ਹਾਂਜੀ, ਉਹ ਜਿਹੜੀ ਲਾਸਟ ਲਾਈਨ ਫਿਰ ਤੋਂ ਦੁਬਾਰਾ ਸਮਝਾ ਦਿਓ ਜੀ। ਕਿਹੜੀ? ਪਿਛਲੇ ਦੀ? ਤੁਮ ਸ਼ਰਨ, ਹਾਂਜੀ। ਤੁਮ ਸਰਨਾਗਤ ਰਾਜਾ ਰਾਮਚੰਦ ਮੇਰੀ ਜਾਤ ਕਮੀਨੀ ਪਾਂਤ ਕਮੀਨੀ ਓਛਾ ਜਨਮ ਹਮਾਰਾ। ਕਹਿੰਦੇ ਮੇਰੀ ਜਾਤ ਕਮੀਨੀ ਹੈਗੀ, ਕਮੀਨੀ ਨੀਵੀਂ ਜਾਤ 'ਚ ਪੈਦਾ ਹੋਇਆ। ਨੀਵੀਂ ਮੇਰੀ ਪਾਂਤ ਮਤਲਬ ਪਾਂਤੀ ਹੁੰਦੀ ਹੈ ਜਿੱਥੇ ਆਪਾਂ ਵਿਚਰਦੇ ਹਾਂ, ਜਿਹੜੀ ਸੁਸਾਇਟੀ, ਕਹਿੰਦੇ ਸੁਸਾਇਟੀ ਵੀ ਮੇਰੀ ਮਾੜੀ ਹੈਗੀ ਆ। ਓਛਾ ਜਨਮ ਹਮਾਰਾ, ਕਹਿੰਦੇ ਮੇਰਾ ਜਨਮ ਬਿਲਕੁਲ ਮੈਂ ਮਨੁੱਖੀ ਜੂਨ ਪਾ ਕੇ ਨਾ ਬਸ ਸੈਲਫ ਓਰੀਐਂਟਡ ਦੁਨੀਆ ਦੇ ਪਦਾਰਥ ਜਿਹੜੇ ਹੈਗੇ ਲੈ ਕੇ ਖਾਣਾ ਪੀਣਾ ਹੱਸਣਾ ਸੌਣਾ, ਬਸ ਇਹਦੇ ਵਿੱਚ ਹੀ ਵਿਚਰਦਾ ਰਹਿ ਗਿਆ। ਬਿਲਕੁਲ ਪਸ਼ੂਆਂ ਵਾਲੇ ਜਿਹੜੇ ਹੈਗੇ ਕੰਮ ਕੀ ਕਰ ਰਿਹਾ ਮੈਂ। ਤੁਮ ਸਰਨਾਗਤ ਰਾਜਾ ਰਾਮਚੰਦ, ਹੇ ਮੇਰੇ ਮਾਲਕਾ ਤੇਰੀ ਸ਼ਰਨ ਦੇ ਵਿੱਚ ਆ, ਹੁਣ ਮੈਨੂੰ ਬਖਸ਼ ਲਾ ਬਸ। ਕਹਿ ਰਵਿਦਾਸ ਚਮਾਰਾ, ਕਹਿੰਦੇ ਪੁਕਾਰ ਕਰ ਮਾਲਕ ਪਰਮਾਤਮਾ ਦੇ ਅੱਗੇ, ਔਰ ਹੁਣ ਜਿਹੜਾ ਹੈਗਾ ਜਿੰਨਾ ਬਾਕੀ ਹੈਗੀ ਉਹਨੂੰ ਸਹੀ ਜਗ੍ਹਾ ਤੇ ਲਗਾ ਦੇ, ਸਹੀ ਪਾਸੇ ਲਾ ਦੇ। ਆਖਰੀ ਸ਼ਬਦ ਇਹਨਾਂ ਦਾ ਰਾਜਾ ਰਾਮਚੰਦ, ਉਹ ਰਾਮਚੰਦਰ ਜੀ ਨੂੰ ਕਹਿੰਦੇ? ਨਹੀਂ ਜੀ, ਰਾਜਾ ਰਾਮਚੰਦਰ ਪਰਮਾਤਮਾ ਨੂੰ ਕਹਿ ਰਹੇ ਆ। ਉਹ ਸਾਰੀ ਦੁਨੀਆ 'ਚ ਰਮਿਆ ਹੋਇਆ ਮਾਲਕ ਪਰਮਾਤਮਾ ਜੀ, ਉਸ ਰਾਜਾ ਰਾਮਚੰਦਰ ਦਸ਼ਰਥ ਦੇ ਪੁੱਤ ਨੂੰ ਜਿਹਨੇ ਪੈਦਾ ਕੀਤਾ ਹੈ ਉਹਨੂੰ ਕਹਿ ਰਹੇ। ਹਾਂਜੀ। ਚਮਰਟਾ ਗਾਂਠ ਨਾ ਜਨਈ ਲੋਗ ਗਠਾਵੇ ਪਨਹੀ ਰਹਾਓ। ਇੱਥੇ ਪਨਹੀ ਦਾ ਮਤਲਬ ਹੈ ਜੁੱਤੀ, ਤੇ ਚਮਰਟਾ ਦਾ ਮਤਲਬ ਚਮਾਰ, ਜੁੱਤੀਆਂ ਦਾ ਜਿਹੜਾ ਕੰਮ ਕਰਦਾ ਹੈ। ਹੁਣ ਰਵਿਦਾਸ ਜੀ ਕਹਿੰਦੇ ਮੈਂ ਤਾਂ ਭਾਈ ਚਮਾਰ ਹੈਗਾ, ਮੇਰਾ ਤਾਂ ਕਾਰੋਬਾਰ ਜੁੱਤੀਆਂ ਦਾ ਹੈਗਾ। ਕਹਿੰਦੇ ਮੈਨੂੰ ਤਾਂ ਗੰਢਣੀ ਆਉਂਦੀ ਨਹੀਂ ਜੁੱਤੀ। ਹੁਣ ਦੇਖੋ ਜੀ, ਰਵਿਦਾਸ ਜਿਹੜੇ ਹੈਗੇ ਜਿਹੜੇ ਬਚਪਨ ਤੋਂ ਹੀ ਜੁੱਤੀਆਂ ਦਾ ਕੰਮ ਕਰ ਰਹੇ ਆ, ਤੇ ਉਹ ਕਹਿ ਰਹੇ ਕਿ ਮੈਨੂੰ ਜੁੱਤੀ ਗੰਢਣੀ ਨਹੀਂ ਆਉਂਦੀ। ਉਹ ਆਪਣੇ ਆਪ ਕਹਿ ਰਹੇ ਆ ਭਾਈ, ਕੋਈ ਦੂਸਰਾ ਕਹੇ ਤੇ ਆਪਾਂ ਮੰਨੀਏ। ਆਪ ਕਹਿ ਰਹੇ ਵੀ ਮੈਨੂੰ ਤਾਂ ਗੰਢ ਮਾਰਨੀ ਆਉਂਦੀ ਨਹੀਂ, ਜੁੱਤੀ ਗੰਢਣੀ ਆਉਂਦੀ ਨਹੀਂ। ਆਹ ਕੀ ਭੇਤ ਹੈਗਾ? ਕਿਹੜੀ ਜੁੱਤੀ ਦੀ ਗੱਲ ਕਰ ਰਹੇ ਆ? ਚਮਰਟਾ ਗਾਂਠ ਨਾ ਜਨਈ ਲੋਗ ਗਠਾਵੇ ਪਨਹੀ। ਲੋਗ ਲਿਖਿਆ ਹੋਇਆ, ਕਹਿੰਦੇ ਸਾਰੀ ਦੁਨੀਆ ਜਿਹੜੀ ਹੈਗੀ ਆ ਗਠਾਈ ਜਾ ਰਹੀ ਹੈ। ਆਪਣੀ ਜੁੱਤੀਆਂ ਗੱਠਣ ਤੇ ਲੱਗੇ ਹੋਏ ਸਾਰੇ ਦੇ ਸਾਰੇ। ਕਹਿੰਦੇ ਮੈਂ ਚਮਾਰ ਹੋ ਕੇ ਜਿਹੜਾ ਹੈਗਾ ਮੈਂ ਨਹੀਂ ਜਾਣਦਾ ਜੁੱਤੀ ਨੂੰ ਗੰਢਣਾ। ਲੋਕ ਗਠਾਵੇ ਪਨੀ ਰਹਾਓ। ਦੇਖ ਲਓ ਸਾਰੇ ਦੇ ਸਾਰੇ ਇਨਕਲੂਡਿੰਗ ਆਪਾਂ ਵੀ ਜਿਹੜੇ ਹੈਗੇ ਚਮਾਰ ਹੈਗੇ, ਕਿਉਂਕਿ ਆਪਾਂ ਵੀ ਸਰੀਰ ਦੇ ਨਾਲ ਹੀ ਲੱਗੇ ਹੋਏ ਹਾਂ। ਇਹ ਸਰੀਰ ਹੈਗਾ ਭਾਈ, ਇਹ ਜੁੱਤੀ ਹੈਗੀ। ਆਪਾਂ ਵੀ ਇਹਨੂੰ ਗੰਢੀ ਜਾ ਰਹੇ ਹਾਂ। ਕਿਹਦੇ ਨਾਲ ਗੰਢ ਰਹੇ ਹਾਂ? ਮਾਇਆ ਦੇ ਨਾਲ ਗੰਢ ਰਹੇ ਹਾਂ, ਸਵਾਦਾਂ ਦੇ ਨਾਲ ਗੰਢ ਰਹੇ ਹਾਂ,
ਆਹ ਤੋਪੇ ਲਗਾ ਰਹੇ ਹੈ, ਮੋਹ ਦੇ ਤੋਪੇ, ਅਟੈਚਮੈਂਟ ਗੱਠੀ ਜਾ ਰਹੇ, ਕਾਰਨ ਸਿਰ ਬਿਲਟਅਪ ਹੋਈ ਜਾ ਰਿਹਾ, ਆਪਾਂ ਜਕੜੀ ਜਾ ਰਹੇ, ਕਾਲ ਜਿਹੜਾ ਹੈਗਾ ਖੁਸ਼ ਹੋ ਰਿਹਾ ਹੈ ਬਈ ਇਹ ਜਿਹੜਾ ਬਿਲਕੁਲ ਜਿਹੜਾ ਫਸੀ ਜਾ ਰਿਹਾ ਹੈ ਪੂਰੀ ਤਰ੍ਹਾਂ। ਚਮਰਟਾ ਗਾਂਠ ਨਾ ਜਾਣੀ, ਕਹਿੰਦੇ ਮੈਂ ਨਹੀਂ ਇਹ ਜੁੱਤੀ ਗੰਢਣਾ ਜਾਣਦਾ ਇਸ ਤਰੀਕੇ ਦੇ ਨਾਲ, ਮੈਂ ਸਰੀਰ ਦੇ ਨਾਲ ਨਹੀਂ, ਨਾ ਸਰੀਰ ਦੇ ਵਾਸਤੇ ਨਹੀਂ, ਸਰੀਰ ਦੇ ਵਾਸਤੇ ਮਿਨੀਮਮ ਦੇ ਉੱਤੇ ਹੈ ਸਰੀਰ। ਮੈਂ ਨਹੀਂ ਇਹ ਗੰਢਾਂ ਗੁੰਢਾਂ ਮਾਰਨੀਆਂ ਜਾਣਦਾ, ਮੇਰੇ ਕੋਲ ਨਹੀਂ ਹੈ ਮੋਹ ਦੀਆਂ ਤਾਰਾਂ, ਮੈਂ ਨਹੀਂ ਇਸ ਤਰ੍ਹਾਂ ਗੰਢ ਮਾਰਦਾ। ਚਮਰਟਾ ਗਾਂਠ ਨਾ ਜਨਈ, ਲੋਗ ਗਠਾਵੇ ਪਨੀ ਰਹਾਓ, ਆਰ ਨਹੀਂ ਜੇ ਤੋਪੋਂ, ਮੇਰੇ ਕੋਲ ਕਹਿੰਦੇ ਉਹ ਆਰ ਹੈ ਨਹੀਂ ਗੀ, ਆਰ ਕਹਿੰਦੇ ਜਿਸ ਤਰ੍ਹਾਂ ਸੂਆ ਹੁੰਦਾ ਉਹਨੂੰ ਆਰ ਕਹਿ ਦਿੰਦੇ, ਜਿਹਦੇ ਉਹ ਕੱਟ ਜਿਹਾ ਹੁੰਦਾ ਜਿਹਦੇ ਨਾਲ ਧਾਗਾ ਖਿੱਚ ਲੈਂਦੇ, ਮੇਰੇ ਕੋਲ ਕਹਿੰਦੇ ਹੈ ਨਹੀਂ ਗੀ ਉਹ ਆਰ, ਜਿਹਦੇ ਨਾਲ ਮੈਂ ਤੋਪੇ ਲਾਵਾਂ ਜਿਹੜਾ ਹੈਗਾ ਇਹ ਸਵਾਦਾਂ ਦੇ ਨਾਲ, ਮੋਹ ਦੇ ਪਦਾਰਥਾਂ ਦੇ ਨਾਲ, ਆਕਾਰ ਦੇ ਨਾਲ, ਇਹ ਮੋਹ ਦੀਆਂ ਤਾਰਾਂ, ਮੋਹ ਦੀਆਂ ਰੱਸੀਆਂ ਦੇ ਨਾਲ ਜਿਹੜੇ ਹੈਗੇ ਸਿਲਾਈ ਕਰਾਂ ਮੈਂ ਆਪਣੇ ਆਪ ਨੂੰ, ਆਪਣੇ ਸਰੀਰ ਦੇ ਨਾਲ। ਨਹੀਂ ਰਾਮਬੀ ਠਾਉ ਰੋਪੋਂ, ਮੇਰੇ ਕੋਲ ਰੰਬੀ ਵੀ ਹੈ ਨਹੀਂ ਵੀ ਮੈਂ ਜਾ ਕੇ ਜਿਹੜੇ ਹੈਗੇ ਤਰ੍ਹਾਂ ਤਰ੍ਹਾਂ ਦੇ ਪਦਾਰਥ ਜਿਹੜੇ ਇਕੱਠੇ ਕਰਦਾ ਫਿਰਾਂ, ਖੋਦ ਕੇ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਹੈਗਾ ਜਿਹੜੇ ਸਵਾਦ ਲਵਾਂ ਉਹਨਾਂ ਦੇ। ਆਰ ਨਹੀਂ ਜੇ ਤੋਪੋਂ, ਨਹੀਂ ਰਾਮਬੀ ਠਾਉ ਰੋਪੋਂ, ਲੋਕ ਗੰਠ ਖਰਾ ਬਿਗੂਛਾ, ਕਹਿੰਦੇ ਲੋਕੀ ਜਿਹੜੇ ਹੈ ਇਹ ਗੰਢ ਮਾਰ ਕੇ ਮਾਇਆ ਦੇ ਨਾਲ, ਇਹ ਮੋਹ ਦੀਆਂ ਤਾਰਾਂ ਦੇ ਨਾਲ ਪੂਰੀ ਤਰ੍ਹਾਂ ਜਿਹੜੇ ਹੈਗੇ ਕਾਰਨ ਸ਼ੀਰ ਬਿਲਟ ਕਰਕੇ ਕੀ ਕਰ ਰਹੇ, ਕੀ ਮਿਲਿਆ ਇਹਨਾਂ ਨੂੰ, ਕੀ ਮਿਲ ਰਿਹਾ ਇਹਨਾਂ ਨੂੰ। ਬਿਗੂਚਾ ਕਹਿੰਦੇ ਜਿਹੜੇ ਹੈਗੇ ਇਹ ਤਾਂ ਬੇਕਾਰ ਜਿਹੜਾ ਵੇਸਟ ਕਰ ਗਏ। ਬਿਗੂਚਾ ਕਹਿੰਦੇ ਆ ਬਿਲਕੁਲ ਖੁਆਰ ਹੋ ਗਏ, ਖੁਆਰ ਹੋਣਾ। ਲੋਕ ਗੰਠ ਖਰਾ ਬਿਗੂਚਾ, ਕਹਿੰਦੇ ਬਿਲਕੁਲ ਇਹਨਾਂ ਨੇ ਆਪਣਾ ਜੀਵਨ ਵੇਸਟ ਕਰ ਲਿਆ ਔਰ ਕਾਰਨਸ਼ੀਰ ਬਣਾ ਲਿਆ। ਹੁਣ ਜੂਨਾਂ ਦੇ ਵਿੱਚ ਕਾਫੀ ਭਟਕਣਗੇ ਇਸ ਤਰ੍ਹਾਂ ਗੰਠ ਕੇ। ਲੋਗ ਗੰਠ ਖਰਾ ਬਿਗੂਚਾ, ਹਾਂ ਬਿਨ ਗਾਂਠੇ ਜਾਏ ਪਹੁੰਚਾ, ਕਹਿੰਦੇ ਮੈਂ ਨਹੀਂ ਗੰਢੀ, ਮੈਂ ਤਾਂ ਪਹੁੰਚ ਗਿਆ ਦਰਬਾਰ 'ਚ ਮਾਲਕ ਪਰਮਾਤਮਾ ਦੇ, ਮੈਂ ਨਹੀਂ ਗੰਢ ਮਾਰੀ ਪਾਈ, ਨਾ ਬਗੈਰ ਗੰਢ ਮਾਰੀ ਮੈਂ ਪਹੁੰਚ ਗਿਆ ਦਰਬਾਰ ਦੇ ਵਿੱਚ। ਦੇਖੋ ਗਿਆਨ ਦਾ ਉਚਾਈ, ਦੇਖੋ ਗਿਆਨ ਦੀ। ਕੀ ਕਰਦੇ ਆ, ਕਹਿੰਦੇ ਹੁਣ ਕਿਹੜੀ ਜੁੱਤੀ ਬਣਾਉਂਦੇ ਆ, ਕੀ ਕਰਦੇ ਆ। ਰਵਿਦਾਸ ਜਪੈ ਰਾਮ ਨਾਮਾ, ਮੋਹਿ ਜਮ ਸਿਓ ਨਾਹੀ ਕਾਮਾ, ਕਹਿੰਦੇ ਮੈਂ ਤਾਂ ਧਿਆਨ ਸਿਮਰਨ ਕਰਦਾ ਹਾਂ ਭਾਈ, ਉਹ ਰਾਮ ਦਾ ਨਾਮ ਜਪਦਾ ਹੈ, ਮੈਨੂੰ ਜਮ ਦੇ ਨਾਲ ਕੋਈ ਕੰਮ ਨਹੀਂ ਹੈਗਾ। ਜੇ ਮੈਂ ਕਿਤੇ ਸਰੀਰ ਵਾਲੀ ਜੁੱਤੀ ਨੂੰ ਗੰਢਦਾ ਰਹਿੰਦਾ ਤੇ ਫਿਰ ਮੈਂ ਵੀ ਫਸ ਜਾਣਾ ਸੀਗਾ। ਰਵਿਦਾਸ ਸੱਸੇ ਨੂੰ ਔਂਕੜ ਲਗਾਈ ਹੈ, ਰਵਿਦਾਸ ਜਪੈ ਰਾਮ ਨਾਮਾ, ਮੋਹਿ ਜਮ ਸਿਓ ਨਾਹੀ ਕਾਮਾ। ਅੱਗੇ ਜਿਹੜੇ ਪੀਖਣ ਦੇ ਦੋ ਸ਼ਬਦ ਹੈਗੇ, ਇਹ ਮੁਸਲਮਾਨ ਭਗਤ ਜੀ ਰਾਗ ਸੋਠ ਬਾਣੀ ਭਗਤ ਪੀਖਣ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ। ਨੈਨੋ ਨੀਰ ਬਹਿ ਤਨ ਖੀਨਾ, ਪਏ ਕੇਸ ਦੁੱਧਵਾਨੀ। ਬੁਢੇਪੇ ਦਾ ਵਰਣਨ ਕਰ ਰਹੇ, ਕਹਿੰਦੇ ਮੇਰਾ ਬੁਢਾਪਾ ਆ ਗਿਆ, ਮੇਰੀਆਂ ਅੱਖਾਂ ਤੋਂ ਪਾਣੀ ਆਪਣੇ ਆਪ ਵਗ ਰਿਹਾ, ਤਨ ਮੇਰਾ ਸਰੀਰ ਜਿਹੜਾ ਹੈ ਕਮਜ਼ੋਰ ਹੋ ਗਿਆ, ਖੀਨ ਹੋ ਗਿਆ, ਇਹ ਜਿਹੜਾ ਹੈਗਾ ਇਹ ਖੁਰ ਗਿਆ। ਖੀਨ ਮਤਲਬ ਜਿਹੜਾ ਹੈਗਾ ਇਹ ਜਿਹੜਾ ਹੈਗਾ ਜੜ ਆ ਗਈ ਇਹਨੂੰ, ਬੁਢੇਪਾ। ਪਾਏ ਕੇਸ ਦੁੱਧਵਾਨੀ, ਮੇਰੇ ਬਾਲ ਜਿਹੜੇ ਚਿੱਟੇ ਹੋ ਗਏ, ਦੁੱਧ ਵਰਗੇ ਹੋ ਗਏ। ਨੈਨੋ ਨੀਰ ਬਹਿ ਤਨ ਖੀਨਾ, ਪਏ ਕੇਸ ਦੁੱਧਵਾਨੀ। ਰੂੰਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੇ ਪ੍ਰਾਨੀ। ਕਹਿੰਦੇ ਮੇਰਾ ਗਲਾ ਵੀ ਜਿਹੜਾ ਹੈਗਾ ਕਫ ਦੇ ਨਾਲ ਰੁੱਧ ਗਿਆ, ਜਿਵੇਂ ਮੇਰਾ ਹੋ ਜਾਂਦਾ ਹੈ ਭਾਈ। ਰੂਦਾ ਕੰਠ ਸ਼ਬਦ ਨਹੀਂ ਉਚਰੈ, ਕਹਿੰਦੇ ਸ਼ਬਦ ਉਚਰ ਨਹੀਂ ਸਕਦਾ, ਫਿਰ ਸ਼ਬਦ ਬੋਲ ਵੀ ਨਹੀਂ ਆਉਂਦੇ ਮੇਰੇ ਕੋਲ। ਅਬ ਕਿਆ ਕਰੇ ਪ੍ਰਾਨੀ, ਕਹਿੰਦੇ ਹੁਣ ਕੀ ਕਰੇਗਾ ਦੱਸ, ਹੁਣ ਤੂੰ ਕੀ ਕਰ ਰਿਹਾ ਇਹ ਦੱਸ ਦੇ ਪਹਿਲਾਂ। ਆਪ ਕਿਆ ਕਰ ਰਹੇ ਪ੍ਰਾਣੀ, ਹੁਣ ਕੀ ਕਰ ਰਹੇ ਹੈ ਦੱਸ ਤਾਂ ਸਹੀ ਨਾ, ਹੁਣ ਕੀ ਕਰ ਰਹੇ ਹੈ, ਤੇਰਾ ਬੈਂਟ ਆਫ ਮਾਈਂਡ ਕੀ ਹੈ, ਤੂੰ ਕਿੱਥੇ ਸਮਾਨ ਲਗਾ ਰਿਹਾ ਹੈ, ਹੁਣ ਤੇਰਾ ਰੂਟੀਨ ਕੀ ਹੈਗਾ ਦੱਸ, ਹੁਣ ਕੀ ਕਰ ਰਿਹਾ ਹੈ ਤੂੰ। ਆਪ ਕਿਆ ਕਰੇ ਪ੍ਰਾਣੀ,
ਕਹਿੰਦੇ ਇਹ ਨਹੀਂ ਹੈ ਵੀ ਹੁਣ ਕੀ ਕਰੇਗਾ ਨਾ, ਉਹ ਕਹਿੰਦੇ ਹਾਲੇ ਹੁਣ ਕੀ ਕਰ ਰਿਹਾ ਹੈ ਤੂੰ ਹਾਲੇ ਵੀ ਨਹੀਂ ਹਟ ਰਿਹਾ, ਕਹਿੰਦੇ ਹਾਲੇ ਵੀ ਤੇਰਾ ਉਹੀ ਜਿਹੜਾ ਹੈਗਾ ਗੰਢ ਰਿਹਾ ਹੈ ਆਪਣੇ ਸਰੀਰ ਨੂੰ, ਸਰੀਰ ਰੂਪੀ ਜੁੱਤੀ ਨੂੰ, ਹਾਲੇ ਵੀ ਮੋਹ ਦੀਆਂ ਤਾਰਾਂ ਦੇ ਨਾਲ, ਮਾਇਆ ਦੇ ਨਾਲ, ਪਦਾਰਥਾਂ ਦੇ ਨਾਲ। अब क्या करें प्राणी। दूसरा बंद रहाव ਦਾ ਬੰਦ ਆਇਆ। ਇਹ ਰਹਾव ਔਰ ਪਹਿਲਾ ਬੰਦ ਦੋਨੋਂ ਇੱਕੋ ਹੀ ਨੰਬਰ ਪਾਏ ਹੁੰਦੇ ਆ। ਰਾਮ ਰਾਏ ਹੋਏ ਵੈਦ ਬਨਵਾਰੀ, ਕਹਿੰਦੇ ਦੇਖ ਇੱਕ ਡਾਕਟਰ ਹੈਗਾ ਭਾਈ, ਇੱਕ ਵੈਦ ਹੈਗਾ, ਜੇ ਉਹਦੇ ਵੱਲ ਨੂੰ ਹੋ ਲਏਗਾ, ਜੇ ਡਾਕਟਰ ਦੇ ਕੋਲ ਚਲੇ ਜਾਏਗਾ ਤੇ ਤੇਰੀ ਆ ਬਿਮਾਰੀ ਜਿਹੜੀ ਹੈਗੀ ਇਹਦਾ ਇਲਾਜ ਹੋ ਜਾਏਗਾ। ਰਾਮ ਰਾਏ ਹੋਏ ਵੈਦ ਬਨਵਾਰੀ, ਆਪਣੇ ਸੰਤ ਹੈ ਲਿਹੋ ਉਬਾਰੀ, ਆਪਣੇ ਸੰਤਾਂ ਨੂੰ ਉਬਾਰ ਲੈਂਦਾ ਹੈ। ਤੂੰ ਵੀ ਜਾ ਕੇ ਜਿਹੜਾ ਹੈਗਾ ਪੁਕਾਰ ਕਰ ਲਾ, ਉਹਦੇ ਕੋਲ ਚਲੇ ਜਾ, ਡਾਕਟਰ ਦੇ ਕੋਲ, ਵੈਦ ਦੇ ਕੋਲ। ਰਹਾਓ ਆ ਕੰਮ ਕਰਨਾ ਹੈ ਭਾਈ। ਮਾਲਕ ਪਰਮਾਤਮਾ ਡਾਕਟਰ ਹੈਗਾ, ਵੈਦ ਹੈਗਾ, ਬਸ ਪੁਕਾਰ ਕਰ ਲਓ ਮਾਲਕ ਦੇ, ਡਾਕਟਰ ਦੇ ਕੋਲ। ਪੁਕਾਰ ਕੀ ਹੈਗੀ? ਪੁਕਾਰ ਹੈਗੀ ਧਿਆਨ ਸਿਮਰਨ, ਉਹਦਾ ਧਿਆਨ ਕਰ ਲਓ ਮਾਲਕ ਪਰਮਾਤਮਾ ਦਾ, ਨੇੜੇ ਬੈਠ ਜਾਓ ਮਾਲਕ ਦੇ ਆਤਮਾ ਦੇ। ਰਾਮ ਰਾਏ ਹੋਏ ਵੈਦ ਬਨਵਾਰੀ, ਆਪਣੇ ਸੰਤੈ ਲਿਹੋ ਬਾਰੀ। ਰਹਾਓ ਮਾਥੇ ਪੀਰ ਸਰੀਰ ਜਲਨ ਹੈ, ਕਰਕ ਕਰੇ ਜੇ ਮਾਹੀ। ਦੇਖ ਲਓ ਜਿਹੜਾ ਬੁਢੇਪਾ ਹੁੰਦਾ ਹੈ, ਮੱਥੇ ਤੇ ਕਿਵੇਂ ਦਰਦ ਹੁੰਦਾ ਹੈ, ਸਰੀਰ ਪੂਰਾ ਸੜਦਾ ਹੈਗਾ। ਔਰ ਕਰਕ, ਨਾ ਕੋਈ ਰੋਟੀ ਹਜਮ ਹੁੰਦੀ, ਇੱਕ ਅੱਧੀ ਰੋਟੀ ਖਾਂਦਾ ਹੈ ਵਿਚਾਰਾ, ਉਹ ਵੀ ਪਤਾ ਨਹੀਂ ਉਸ ਤਰ੍ਹਾਂ ਹੀ ਪਈ ਰਹਿੰਦੀ ਹੈ। ਔਰ ਕਾਲਜਾ ਵੀ ਜਿਹੜਾ ਹੈਗਾ ਉੱਥੇ ਵੀ ਜਿਹੜਾ ਸਾੜਾ ਪਈ ਜਾਂਦਾ ਹੁੰਦਾ ਹੈ। ਕਰਕ ਸਰੀਰਿਕ ਜਿਹੜੇ ਹੈਗੇ, ਮਾਥੇ ਪੀਰ ਸਰੀਰ ਜਲਨ ਹੈ, ਕਰਕ ਕਰੇ ਜੇ ਮਾਹੀ। ਔਰ ਜਿਹੜਾ ਹੈਗਾ ਵਿਚਾਰ ਵੀ ਜਿਹੜੇ ਹੈਗੇ ਹਾਲੇ ਵੀ ਜਿਹੜਾ ਹੈਗਾ ਅੰਦਰੋਂ ਜਿਹੜਾ ਹੈਗਾ ਵਿਚਾਰ ਵੀ ਦੁਖੀ ਕਰ ਰਹੇ ਇਨਸਾਨ ਨੂੰ। ਐਸੀ ਵੇਦਨ ਉਪਜ ਖਰੀ ਭਈ ਵਾਕਾ ਔਖਦ ਨਾਹੀ, ਕਹਿੰਦੇ ਇਹ ਤਕਲੀਫ ਐਸੀ ਹੈ ਕਿ ਬਈ ਇਹ ਖਰੀ ਹੈ, ਬਈ ਸੱਚ। ਕਹਿੰਦੇ ਇਹਦਾ ਕੋਈ ਜਿਹੜਾ ਹੈਗੀ ਇਹਦੀ ਔਸ਼ਧੀ ਹੈ ਨਹੀਂ ਗੀ, ਹੋਰ ਕੋਈ ਇਹਦਾ ਕੋਈ ਇਲਾਜ ਨਹੀਂ ਹੈਗਾ। ਐਸੀ ਵੇਦਨ ਉਪਜ ਖਰੀ ਭਈ ਵਾਕਾ ਔਖਦ ਨਾਹੀ, ਕਹਿੰਦਾ ਇਹਦਾ ਕੋਈ ਇਲਾਜ ਨਹੀਂ ਹੈ, ਇੱਕੋ ਇਲਾਜ ਹੈ ਭਾਈ ਰਾਮ ਰਾਏ ਹੋਏ ਵੈਦ ਬਨਵਾਰੀ। ਇੱਕੋ ਡਾਕਟਰ ਦੇ ਕੋਲ ਇਲਾਜ ਹੈਗਾ, ਜੇ ਚਲੇ ਜਾਏਗਾ ਵੈਦ ਦੇ ਕੋਲ, ਹੋਰ ਕੋਈ ਇਹਦਾ ਇਲਾਜ ਨਹੀਂ ਕਰ ਸਕਦਾ। ਰਾਮ ਰਾਏ ਹੋਏ ਵੈਦ ਬਨਵਾਰੀ, ਆਪਣੇ ਸੰਤਾਂ ਲਿਓ ਬਾਰੀ ਰਹਾਓ। ਹਰ ਕਾ ਨਾਮ ਔਖਦ ਜਲ ਨਿਰਮਲ, ਇਹ ਔਖਦ ਜਗ ਸਾਰਾ। ਦੇਖ ਲਾ ਪਿਆਰਿਆ, ਪਰਮੇਸ਼ਰ ਦਾ ਨਾਮ ਇਹ ਅੰਮ੍ਰਿਤ ਆ, ਨਿਰਮਲ ਜਲ ਹੈਗਾ, ਇਹ ਬਚਾ ਸਕਦਾ ਹੈ ਤੈਨੂੰ। ਇਹ ਔਖਦ ਜਗ ਸਾਰਾ, ਬਸ ਸਾਰਿਆ ਭਾਈ ਸੰਸਾਰ ਦੇ ਵਿੱਚ ਸਾਰਿਆ ਇਹਦੇ ਵਾਸਤੇ ਆਏ ਹਾਂ ਆਪਾਂ, ਇਹ ਔਸ਼ਧੀ ਲੈਣ ਵਾਸਤੇ ਆਏ ਹਾਂ ਆਪਾਂ। ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ, ਘਾਟੇ ਜਮ ਕੀ ਫੰਦਾ। ਪੰਜਵੇਂ ਪਾਤਸ਼ਾਹ ਕਹਿ ਰਹੇ ਹੈ, ਇੱਥੇ ਜਿਹੜੇ ਹੈਗੇ ਆ ਭਗਤ ਜੀ ਕਹਿ ਰਹੇ, ਭੀਖਨ ਜੀ ਸੇਮ ਗੱਲ ਕਹਿ ਰਹੇ ਭਾਈ। ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਔਖਦ ਜਗ ਸਾਰਾ। ਗੁਰ ਪ੍ਰਸਾਦ ਕਹੇ ਜਨ ਭੀਖਨ, ਪਾਵੋ ਮੋਖ ਦੁਆਰਾ। ਕਹਿੰਦੇ ਆਪਣੇ ਗੁਰੂ ਦੇ ਪ੍ਰਸਾਦ ਦੇ ਨਾਲ, ਗੁਰੂ ਦੀ ਗਾਈਡੈਂਸ ਦੇ ਨਾਲ, ਗੁਰੂ ਦੇ ਗਿਆਨ ਦੇ ਦੁਆਰਾ ਇਸ ਜਲ ਤੱਕ ਪਹੁੰਚ ਸਕਦਾ ਹੈ ਭਾਈ। ਇਹ ਮੁਕਤੀ ਦਾ ਦੁਆਰਾ ਹੈਗਾ। ਗੁਰ ਪ੍ਰਸਾਦ ਕਹੇ ਜਨ ਭੀਖਨ, ਪਾਵੋ ਮੋਖ ਦੁਆਰਾ। ਆਖਰੀ ਸ਼ਬਦ ਰਾਗ ਦਾ ਔਰ ਭੀਖਨ ਜੀ ਦਾ ਦੂਸਰਾ ਸ਼ਬਦ। ਐਸਾ ਨਾਮ ਰਤਨ ਨਿਰਮੋਲਕ, ਪੁੰਨ ਪਦਾਰਥ ਪਾਇਆ। ਦੇਖ ਲਓ, ਕਹਿੰਦੇ ਇੰਨਾ ਕੀਮਤੀ ਹੈ ਇਹ ਨਾਮ ਰਤਨ, ਇਹ ਪਦਾਰਥ। ਐਸਾ ਨਾਮ ਰਤਨ ਨਿਰਮੋਲਕ, ਪੁੰਨ ਪਦਾਰਥ ਪਾਇਆ। ਇਹਦੇ ਨਾਲ ਦੇਖ ਲਓ ਇਨਸਾਨ ਜਿਹੜਾ ਹੈਗਾ ਗੇਮ ਚੋਂ ਬਾਹਰ ਹੋ ਜਾਂਦਾ ਹੈ ਔਰ ਕਰਤੇ ਦੀ ਗੋਦ 'ਚ ਚਲੇ ਜਾਂਦਾ ਹੈ, ਪ੍ਰਕਿਰਤੀ ਦੀ ਕੈਦ ਚੋਂ ਬਾਹਰ ਹੋ ਜਾਂਦਾ ਹੈ। ਐਸਾ ਨਾਮ ਰਤਨ ਨਿਰਮੋਲਕ, ਪੁੰਨ ਪਦਾਰਥ ਪਾਇਆ। ਔਰ ਦੇਖ ਲਓ ਮਾਲਕ ਨੇ ਆਪਾਂ ਨੂੰ ਦਿੱਤਾ ਹੈ, ਮਨੁੱਖੀ ਜੂਨ ਦਿੱਤੀ, ਆਪਾਂ ਨੇ ਪਾਈ ਹੋਈ ਹੈ।
ਔਰ ਨਾਮ ਰਤਨ ਨਹੀਂ ਲਈਏ ਤੇ ਫਿਰ ਜਿਹੜਾ ਹੈਗਾ ਦੇਖ ਲਓ ਆਪਾਂ ਬਿਲਕੁਲ ਜਿਹੜੇ ਹੈਗੇ ਬਿਲਕੁਲ ਆਪਣੇ ਕੋਲ ਬੁੱਧੀ ਹੈ ਨਹੀਂ ਗੀ। ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ। ਕਹਿੰਦੇ ਇਹ ਨਾਮ ਰਤਨ ਜਿਹੜਾ ਹੈਗਾ ਇਹਦੇ ਬਾਰੇ ਹੁਣ ਗਿਆਨ ਦੇਣਗੇ, ਸ਼ਬਦ ਇਹਦੇ ਬਾਰੇ ਇਸ ਤੇ ਚੱਲੂਗਾ। ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ, ਅਨੇਕ ਯਤਨ ਕਰ ਹਿਰਦੇ ਰਾਖਿਆ, ਰਤਨ ਨਾ ਛਪੇ ਛਪਾਇਆ। ਬਸ ਜਿਹਦੇ ਅੰਦਰ ਪ੍ਰਗਟ ਹੋ ਜਾਂਦਾ ਹੈ, ਭਾਵੇਂ ਕਿੰਨਾ ਮਰਜ਼ੀ ਛਪਾ ਲੈ, ਨਹੀਂ ਛੁਪਦਾ ਪਾਏ, ਦੁਨੀਆ ਨੂੰ ਪਤਾ ਲੱਗ ਜਾਂਦਾ ਹੈ। ਉਹ ਕਾਪੇ ਛਾਨ ਛਵਾਈ ਹੋ, ਤੋਪੇ ਦੁਗਣੀ ਮਜੂਰੀ ਦੇਹੋ, ਮੋਕੋ ਬੇੜੀ ਦੇਹੋ ਬਤਾਈ ਹੋ। ਅਨੇਕ ਯਤਨ ਕਰ ਹਿਰਦੇ ਰਾਖਿਆ, ਰਤਨ ਨਾ ਛਪੈ ਛਪਾਇਆ। ਹਰ ਗੁਣ ਕਹਤੇ ਕਹਿਣ ਨਾ ਜਾਈ, ਜੈਸੇ ਗੂੰਗੇ ਕੀ ਮਠਿਆਈ ਰਹਾਓ। ਹੁਣ ਜਿਨ੍ਹਾਂ ਨੇ ਪਾ ਲਿਆ ਆ ਉਹ ਟਿੱਲ ਲਗਾ ਲੈਣ, ਉਹ ਇਹਨੂੰ ਬਿਆਨ ਨਹੀਂ ਕਰ ਸਕਦੇ, ਦੱਸ ਹੀ ਨਹੀਂ ਸਕਦੇ। ਕੋਈ ਵੀ ਕਿਸੇ ਵੀ ਤਰੀਕੇ ਦੇ ਨਾਲ ਇਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਇਹਦਾ ਜਿਹੜਾ ਇਹ ਸਿਰਫ ਜਿਹੜਾ ਇਨਸਾਨ ਜਿਹੜਾ ਹੈਗਾ ਇਹਨੂੰ ਆਪ ਯੂਜ਼ ਕਰ ਸਕਦਾ ਹੈ, ਪਰ ਇਹਦੇ ਵਾਸਤੇ ਅੱਖਰ ਨਹੀਂ ਬਣੇ ਹੋਏ। ਇਹ ਤਾਂ ਗੂੰਗੇ ਦੀ ਮਠਿਆਈ ਹੈ ਭਾਈ, ਗੂੰਗੇ ਨੇ ਖਾ ਲਈ, ਬੋਲ ਕੇ ਕਿਵੇਂ ਦੱਸ ਸਕਦਾ? ਕਿਵੇਂ ਕਹਤੇ ਕਹਿਣ ਨਾ ਜਾਈ, ਨਹੀਂ ਕਹੇ ਜਾ ਸਕਦੇ। ਰਹਾਓ ਕਹਿੰਦੇ ਭਗਤੀ ਕੀ ਹੈ, ਇਹਦੇ ਨਾਲ ਕੀ ਮਿਲਦਾ ਹੈ, ਆਪਾਂ ਦੱਸ ਸਕਦੇ ਕਿਸੇ ਨੂੰ? ਹਰ ਗੁਣ ਕਹਤੇ ਕਹਿਣ ਨਾ ਜਾਈ, ਜੈਸੇ ਗੂੰਗੇ ਕੀ ਮਠਿਆਈ ਰਹਾਓ। ਰਸਨਾ ਰਮਤ ਸੁਨਤ ਸੁਖ ਸਰਵਣਾ, ਚਿਤ ਚੇਤੇ ਸੁਖ ਹੋਈ। ਪਰ ਕਹਿੰਦੇ ਆਹ ਗਰੰਟੀ ਹੈਗੀ, ਕਹਿੰਦੇ ਜੀਭ ਵੀ ਜਿਹੜੀ ਹੈ ਇਹਦੇ ਵਿੱਚ ਰਮ ਜਾਂਦੀ ਹੈ, ਕੰਨ ਵੀ ਜਿਹੜੇ ਹੈਗੇ, ਸਰਵਣ ਵੀ ਜਿਹੜੇ ਹੈਗੇ ਸੁਖੀ ਹੋ ਜਾਂਦੇ ਆ, ਚਿੱਤ ਚੇਤਦਾ ਹੈ ਤੇ ਚਿੱਤ ਵੀ ਸੁਖੀ ਹੋ ਜਾਂਦਾ ਹੈ, ਅੰਦਰ ਸ਼ਾਂਤੀ ਸੁਖ ਵਰਤ ਜਾਂਦਾ ਹੈ, ਖੁਸ਼ੀ ਖੇੜਾ ਆ ਜਾਂਦਾ ਹੈ। ਰਸਨਾ ਰਮਤ ਸੁਨਤ ਸੁਖ ਸਰਵਣਾ, ਚਿੱਤ ਚੇਤੇ ਸੁਖ ਹੋਈ। ਕਹੋ ਭੀਖਨ ਦੋਇ ਨੈਣ ਸੰਤੋਖੇ, ਜਹ ਦੇਖਾਂ ਤਹ ਸੋਈ। ਔਰ ਅੱਖਾਂ ਵੀ ਜਿਹੜੀਆਂ ਪੂਰੀਆਂ ਸੰਤੋਖ ਜਾਂਦੀਆਂ, ਜਿਹੜਾ ਤਰ੍ਹਾਂ ਤਰ੍ਹਾਂ ਦੇ ਸਵਾਦਾਂ ਦੇ ਉੱਤੇ ਜਿਹੜੀਆਂ ਹੈਗੀਆਂ 24 ਘੰਟੇ ਜਿਹੜੀ ਹੈਗੀਆਂ ਉਸੇ ਪਾਸੇ ਜਿਹੜੀ ਹੈਗੀ ਆ ਪਰਾਇਆ ਤਨ, ਪਰਾਇਆ ਧਨ, ਪਰਾਇਆ ਰੂਪ, ਇਹਦੇ ਵਿੱਚ ਹੀ ਗੁਆਚੀਆਂ ਰਹਿੰਦੀਆਂ। ਕਹਿੰਦੇ ਬਸ ਉਹ ਵੀ ਸੰਤੋਖ ਜਾਂਦੀਆਂ, ਉਹਨਾਂ ਦੇ ਅੰਦਰ ਵੀ ਸੈਟਿਸਫੈਕਸ਼ਨ ਆਟੋਮੈਟਿਕਲੀ ਜਿਹੜਾ ਹੈਗਾ ਇਨਸਾਨ ਜਿਹੜਾ ਹੈਗਾ ਇਹ ਜੋ ਚੋਗਾ ਪਾਇਆ ਮਾਲਕ ਪਰਮਾਤਮਾ ਨੇ, ਇਹ ਮੱਛੀ ਜਿਹੜੀ ਹੈ ਨਹੀਂ ਖਾਂਦੀ ਇਹਨੂੰ। ਕਹੋ ਨਾਨਕ ਕਹੋ ਭੀਖਨ ਦੋਇ ਨੈਣ ਸੰਤੋਖੇ, ਜਹ ਦੇਖਾਂ ਤਹ ਸੋਈ। ਜੇ ਦਰ ਵੀ ਦੇਖਦਾ ਹੈ ਹੁਣ ਹਰੇਕ ਦੇ ਅੰਦਰ ਦੂਸਰਾ ਤੀਸਰਾ ਨਹੀਂ ਨਜ਼ਰ ਆਉਂਦਾ, ਹੁਣ ਸਾਰਿਆਂ ਦੇ ਵਿੱਚ ਉਹੀ ਮਾਲਕ ਪਰਮਾਤਮਾ ਹੀ ਨਜ਼ਰ ਆਉਂਦਾ ਹੈ। ਹਾਂ ਜੀ, ਭੀਖਨ ਜੀ ਦੇ 2 ਸ਼ਬਦ ਹੋਏ। ਇਸ ਤੋਂ ਅੱਗੇ ਫਿਰ ਤਨਾਸਰੀ ਰਾਗ ਸ਼ੁਰੂ ਹੋਏਗਾ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖੀ ਜੀ ਹੁਣ ਦੇਖ ਲਓ, ਪਤਾ ਲੱਗ ਗਿਆ ਹੋਣਾ ਗੁਰਬਾਣੀ ਕਿਹਨੂੰ ਕਹਿੰਦੇ ਆ। ਬਾਬਾ ਜੀ ਤੁਸੀਂ ਤਾਂ ਅੱਖਾਂ ਖੋਲਦੇ, ਅਸੀਂ ਮੈਂ 61 ਈਅਰ 올ਡ ਹੋ ਗਿਆ। ਹਾਂਜੀ। ਇੰਨਾ ਨੌਲੇਜ ਕਦੀ ਵੀ ਨਹੀਂ ਮਿਲਿਆ ਬਾਬਾ ਜੀ, ਆਪਣੇ ਭਾਜੀ ਦੇਖ ਲਓ ਤੇ ਸਾਧ ਸੰਗਤ ਜੀ, ਅਸੀਂ ਬਹੁਤ ਲੱਕੀ ਆ ਜੋ ਅਸੀਂ ਇਸ ਸੰਗਤ ਵਿੱਚ ਬੈਠ ਰਹੇ ਹਾਂ। ਮੇਰੇ ਤਾਂ ਅੱਖਾਂ ਖੁੱਲ ਗਈਆਂ। ਨਾ ਬਹੁਤ ਵਧੀਆ ਜੀ, ਬਹੁਤ ਵਧੀਆ। ਬਹੁਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਵੀਰ ਜੀਓ, ਹਾਂਜੀ, ਵਾਹਿਗੁਰੂ ਜੀ ਕਾ ਸਾਰੀ ਖਾਲਸਾ। ਸਾਧ ਸੰਗਤ ਨੂੰ ਵਾਰ-ਵਾਰ ਨਮਸਕਾਰ, ਗੁਰੂ ਪਿਤਾ ਨੂੰ ਨਮਸਕਾਰ, ਵੀਰ ਜੀਓ ਤੁਹਾਨੂੰ ਨਮਸਕਾਰ। ਇੰਨੇ ਅਨਮੋਲ ਮੋਤੀ ਇਹ ਦੱਸ ਕੁਛ ਨਹੀਂ ਕਹਿ ਸਕਦਾ। ਇੰਨੀ ਗਹਿਰਾਈ ਦੇ ਵਿੱਚੋਂ ਪਤਾ ਨਹੀਂ ਕਿਹੜੀ ਤਪੱਸਿਆ ਕਿਹੜੇ ਜਨਮ ਦੀ ਕੀਤੀ ਹੋ, ਜਿਹੜੇ ਤੁਸੀਂ ਇਹ ਮੋਤੀ ਕੱਢ ਕੇ ਨਾ ਹੀ ਝੋਲੀ ਚ ਪਾ ਰਹੇ ਹੋ। ਵੀਰ ਜੀ ਤੁਹਾਨੂੰ ਵਾਰ-ਵਾਰ ਨਮਸਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਇਹ ਤਾਂ ਜੀ ਪਰਮਾਤਮਾ ਵਰਤ ਰਿਹਾ ਆ ਭਾਈ, ਸੰਗਤ ਦੇ ਵਿੱਚ ਮਾਲਕ ਬੋਲਦਾ ਹੈ, ਮਾਲਕ ਵਿੱਚ ਸੰਗਤ ਹਰ ਪ੍ਰਭ ਵਰਤਦਾ, ਬੁੱਝੋ ਸ਼ਬਦ ਵਿਚਾਰ। ਵਿਚਾਰ ਆ ਰਹੀ ਆ
ਤੇ ਬਸ ਲੈ ਲਈਏ ਮੋਤੀ ਜਿਹੜੇ ਹੈਗੇ ਬਸ ਇਹ ਸੰਗਤ ਦੇ ਨਾਲ। ਅਜੇ ਮੇਰੇ ਸਾਹਿਬ ਇੱਕ ਚੀਜ਼ ਹੈਗੀ ਆ, ਇੰਨਾ ਅਨਮੋਲ ਰਤਨ ਹੈਗਾ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਹਾਂ ਅਸੀਂ ਕੋਈ ਸਾਨੂੰ ਐਕਸਪਲੇਨ ਹੀ ਨਹੀਂ ਕਰਦਾ। ਮੈਂ ਹੁਣ ਅਸੀਂ ਸਿਰਫ ਉਹਦੇ ਵਿੱਚ ਹੀ ਪਏ ਹੋਏ ਆ, ਰਿਚੁਅਲ ਦੇ ਵਿੱਚ। ਬਿਲਕੁਲ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ। ਇਹ ਵੀ ਮਾਲਕ ਦੀ ਜਿਹੜੀ ਹੈਗੀ ਪਰਮਾਤਮਾ ਨੇ ਹਾਰਡ ਕੀਤੀ ਹੋਈ ਹੈ ਚੀਜ਼ ਜਿਹੜੀ ਹੈਗੀ। ਦੇਖ ਲਓ ਜਿਹੜੇ ਕਰਮਕਾਂਡ ਤੋਂ ਸਾਰਾ ਗੁਰੂ ਗ੍ਰੰਥ ਸਾਹਿਬ ਵਰਜਦਾ ਭਰਿਆ ਪਿਆ ਹੈ, ਹਾਂ ਉਹੀ ਫੇਰ ਅਸੀਂ ਕਰੀ ਜਾਂਦੇ ਹਾਂ। ਬਿਲਕੁਲ ਬਾਰ-ਬਾਰ ਉਹੀ ਕੰਮ ਕਰੀ ਜਾ, ਬਾਰ-ਬਾਰ ਉਹੀ ਕੰਮ ਕਰੀ। ਬਿਲਕੁਲ ਇਹੀ ਹੈ। ਹਾਂਜੀ ਭਾਈ ਖਾਲਸਾ ਵਾਹਿ ਫਤਿਹ। ਹਾਂਜੀ ਗੇਮ ਇੰਨੀ ਸੌਖੀ ਨਹੀਂ, ਮਤਲਬ ਪਰਮਾਤਮਾ ਨੇ ਪਾਈ। ਜਿੱਦਾਂ ਆਪਾਂ ਅਰਲੀ ਗੱਲ ਕਰਦੇ ਸੀਗੇ ਕਿ ਆਦੀ ਵਿਆਦੀ ਉਪਾਦੀ, ਮਤਲਬ 3 ਤਾਪ ਆ ਬੰਦੇ ਦੇ ਸਰੀਰ ਨੂੰ ਲੱਗੇ। ਔਰ ਉਸ ਝੋਰਿਆਂ ਦੇ ਵਿੱਚੋਂ 24 ਘੰਟਿਆਂ ਦੇ ਵਿੱਚੋਂ ਅਸੀਂ ਸੋਚਦੇ ਹਾਂ ਕਿ 2 ਘੰਟੇ ਲਾਏ ਜਾਣ। ਔਰ ਮਤਲਬ 22 ਘੰਟਿਆਂ ਦੇ ਵਿੱਚੋਂ ਚਲੋ 6-7 ਘੰਟੇ ਸੌ ਲੈਂਦੇ ਆ, ਤੇ ਜਿਹੜਾ 14-15 ਘੰਟੇ ਇਸ ਵਿਕ ਦੇ ਵਿੱਚ ਵਿਚਰਦੇ ਆ। ਨਹੀਂ ਉਹਦੇ ਵਾਸਤੇ ਜਿਹੜੇ ਹੈਗੇ ਉਹ ਤੁਹਾਡਾ ਸਵੇਰ ਦਾ ਧਿਆਨ ਸਿਮਰਨ ਸਹੀ ਹੈਗਾ। ਉਹਨੇ ਆਪਾਂ ਨੂੰ 14 ਘੰਟੇ ਵੀ ਚੌਕਸ ਸਾਵਧਾਨੀ ਦੇ ਦੇਣੀ ਆ। ਉਹਨੇ ਕਰ ਦੇਣਾ ਆਪਣੇ ਆਪ। ਉਹ ਤਾਂ ਬਹੁਤ ਜ਼ਿਆਦਾ ਹੈ। ਬਿਲਕੁਲ ਪ੍ਰੈਕਟੀਕਲ ਤਾਂ ਕਰੀਏ ਆਪਾਂ। ਜਿਹੜੇ ਵੀ ਇਹ ਤਾਂ ਵੀਰ ਜੀ ਨਾਲ ਜਿਹੜੀ ਵੀ ਅਸੀਂ ਇਹ ਕਾਰਵਾਈ ਕਰ ਰਹੇ ਹਾਂ ਨਾ, ਉਹ ਇੱਕ ਛਿਨ ਲੈਣ ਵਾਸਤੇ ਕਰ ਰਹੇ ਹਾਂ। ਬਸ ਉਹ ਕਿਤੇ ਉਹ ਛਿਨ ਆ ਜਾਵੇ ਬਸ। ਹਾਂ ਵਿਚਾਰ ਜਿਹੜੇ ਕਦੀ ਬੰਦ ਹੋਏ ਤੇ ਦੇਖੋ ਤਾਂ ਸਹੀ ਨਾ, ਉਹਦੇ ਨਾਲ ਫਿਰ ਜਿਹੜਾ ਫਿਰ ਇਨਸਾਨ ਤਾਂ ਫਿਰ ਕਿਤੇ ਜਾਏਗਾ ਹੀ ਨਹੀਂ। ਉਹ ਤਾਂ ਮਤਲਬ ਕਹਿਣ ਦਾ ਮਤਲਬ ਭਾਜੀ ਉਹ ਇੱਕ ਪਲ ਦਾ ਹੀ ਆਨੰਦ ਮਤਲਬ ਹੈ ਤਾਂ ਇੱਕ ਛਿਨ ਭਰ ਦੇ ਵਿੱਚ ਹੀ ਆ। ਜਿਹੜੇ ਮਤਲਬ ਲਾਈਟ ਜਗਾਉਣੀ ਆ, 50 ਸਾਲ ਦਾ ਹਨੇਰਾ ਹੈ ਤਾਂ ਉਹਨੂੰ ਕਿਤੇ 50 ਸਾਲ ਥੋੜਾ ਲੱਗਣੇ ਇਹਨੂੰ ਖਤਮ ਹੋਣ। ਹਾਂ ਬਿਲਕੁਲ। ਬੱਤੀ ਤਾਂ 1 ਸੈਕਿੰਡ ਚ ਜਗਾਉਣੀ ਹੈ ਤਾਂ ਉਜਾਲਾ ਹੋ ਜਾਣਾ। ਕਹਿਣ ਦਾ ਮਤਲਬ ਹੈ ਕਿ ਉਹ ਛਿਨ ਹੀ ਲੱਭਦੇ ਆ ਕਿ ਕਿਉਂ ਵਾਹਿਗੁਰੂ ਕਹਿਣਾ ਕਿ ਇੱਕ ਕੋਈ ਛਿਨ ਐਸਾ ਹੋਵੇ ਜਿਹਦੇ ਨਾਲ ਅੰਦਰ ਉਹ ਉਜਾਲਾ ਹੋ ਜਾਵੇ ਤੇ ਸਾਰੀ ਮਤਲਬ ਸਭ ਜਿਹੜੀ ਗੇਮ ਆ ਸਮਝ ਤਾਂ ਲੱਗ ਗਈ ਆ। ਉਹ ਵੀ ਬੜੇ ਕਰਮਾਂ ਨਾਲ ਹੀ ਆ, ਜਿੱਦਾਂ ਹੁਣੇ ਕਹਿੰਦੇ ਹਟੇ ਆਪਣੇ ਭਾਜੀ ਦੂਸਰੇ। ਸੋ ਇਹ ਸੰਗਤ ਜਿਹੜੀ ਆ ਬਹੁਤ ਵੱਡੀ ਆ ਕਿ ਜਿਹਦੇ ਨਾਲ ਅਵੇਅਰਨੈਸ ਤਾਂ ਹੋਵੇ ਕਿ ਕਰਨਾ ਕੀ ਸੀਗਾ, ਆਏ ਕਿਉਂ ਆ। ਬਿਲਕੁਲ। ਹੁਣ ਜਿਹੜੇ ਹੈਗੇ ਆਪਾਂ ਨਹੀਂ ਕੋਈ ਨਹੀਂ। ਹੁਣ ਦੇਖੋ ਆਪਾਂ ਨੇ ਜਿਹੜਾ ਹੈਗਾ ਜਿਹੜੇ ਨਵੇਂ ਆਏ ਆ ਉਹਨਾਂ ਦੇ ਵਾਸਤੇ ਵੀ ਦੱਸ ਦਈਏ ਬਈ ਆਪਾਂ ਨੇ ਸਿਰਫ ਜਿਹੜਾ ਹੈਗਾ ਇਹ ਵਾਹਿਗੁਰੂ ਜਿਹੜਾ ਹੈਗਾ ਅੱਖਰ ਜਿਹੜੇ ਹੈਗੇ ਇਹਨੂੰ ਆਪਾਂ ਬੋਲਦੇ ਹਾਂ ਕਿਉਂਕਿ ਇਹਦੇ ਨਾਲ ਇਹ ਪਰਮਾਤਮਾ ਨੂੰ ਰਿਪਰੈਜ਼ੈਂਟ ਕਰਦੇ ਆ, ਮਾਲਕ ਵੱਲ ਨੂੰ ਧਿਆਨ ਸਾਡਾ ਲੈ ਕੇ ਜਾਂਦੇ ਆ। ਔਰ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਨੇ ਚੁੱਪ ਕਰਕੇ ਬੈਠ ਜਾਣਾ ਹੈ ਭਾਈ। ਜਿਸ ਤਰ੍ਹਾਂ ਸਾਵਧਾਨ ਇਕਾਗਰ ਚਿੱਤ ਔਰ ਜਿਹੜੇ ਵਿਚਾਰ ਜਿਹੜੀਆਂ ਪਤੰਗਾਂ ਆਉਣਗੀਆਂ ਉਹਨਾਂ ਨੂੰ ਆਪਾਂ ਨੇ ਨਜ਼ਰ ਅੰਦਾਜ਼ ਕਰ ਦੇਣਾ ਹੈ। ਉਹ ਜਿਹੜਾ ਹੈਗਾ ਆਪਣੇ ਜਿਹੜੇ ਹੈਗੇ ਚਿੱਤ ਦੇ ਉੱਤੇ ਜਿਹੜੇ ਹੈਗੇ ਆਪਣੇ ਪਰਦੇ 'ਤੇ ਆਉਣਗੇ ਵਿਚਾਰ ਅਤੇ ਉਹ ਆਟੋਮੈਟਿਕਲੀ ਚਲੇ ਜਾਣਗੇ ਜੇ ਆਪਾਂ ਉਹਦੇ ਨਾਲ ਆਪਣੀ ਸੁਰਤ ਦੀ ਡੋਰੀ ਨਹੀਂ ਜੋੜਾਂਗੇ। ਬਸ ਆਪਣੀ ਸੁਰਤ ਜਿਹੜੀ ਹੈਗੀ ਆਪਾਂ ਨੇ ਉਹ ਮਾਲਕ ਦੀ ਯਾਦ ਦੇ ਵਿੱਚ ਰੱਖਣੀ। ਬਸ ਆਪਾਂ ਨੇ ਜਿਹੜਾ ਹੈਗਾ ਵਿਚਾਰ ਨਹੀਂ ਲੈਣੇ। ਜਦ ਵਿਚਾਰ ਬੰਦ ਹੋ ਜਾਣਗੇ ਆਟੋਮੈਟਿਕਲੀ ਆਪਣੇ ਅੰਦਰ ਜਿਹੜੇ ਅਨੰਤ ਸ਼ਬਦ ਚੱਲਣੇ ਲਾਜ਼ਮੀ ਹੈਗੇ। ਵਾਹ